ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ, ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਚਰਚਾ ਦੇ ਵਿੱਚ। ਅਸੀਂ ਹਮੇਸ਼ਾ ਇਹ ਵਿਚਾਰ ਕਰਦੇ ਹਾਂ ਕਿ ਸਾਡਾ ਭਵਿੱਖ ਕਿੱਦਾਂ ਦਾ ਹੋਏਗਾ, ਸਾਡੇ ਦੇਸ਼ ਦਾ ਭਵਿੱਖ ਕਿੱਦਾਂ ਦਾ ਹੋਏਗਾ। ਪਰ ਇਸ ਦਾ ਆਧਾਰ ਹੈ ਨੌਜਵਾਨ ਪੀੜ੍ਹੀ। ਸਾਡੀ ਨੌਜਵਾਨ ਪੀੜ੍ਹੀ ਦੀ ਸੋਚ ਕਿੱਦਾਂ ਦੀ ਹੈ, ਵਿਚਾਰ ਕਿੱਦਾਂ ਦੇ ਨੇ, ਅਸੀਂ ਆਪਣੇ ਬੱਚਿਆਂ ਨੂੰ ਕਿੱਦਾਂ ਦੇ ਸੰਸਕਾਰ ਦਿੱਤੇ ਨੇ, ਕਿਵੇਂ ਉਹਨਾਂ ਨੂੰ ਪਾਲਿਆ ਅਸੀਂ ਤਾਂ ਕਿ ਉਹ ਇੱਕ ਵਧੀਆ ਇੱਕ ਸੂਝਵਾਨ ਨੌਜਵਾਨ ਦੇ ਰੂਪ ਦੇ ਵਿੱਚ ਸਾਹਮਣੇ ਆਉਣ, ਸਾਨੂੰ ਉਹਨਾਂ ਦੇ ਉੱਤੇ ਮਾਣ ਵੀ ਹੋਵੇ ਅਤੇ ਉਹ ਸਾਡੇ ਦੇਸ਼ ਦੀ ਬਾਗਡੋਰ ਵੀ ਸੰਭਾਲ ਸਕਣ, ਸਾਡੇ ਦੇਸ਼ ਦਾ ਭਵਿੱਖ ਵੀ ਸੰਭਾਲ ਸਕਣ। ਸਾਨੂੰ ਚਾਹੀਦੇ ਨੇ ਅੱਜ ਦੀ ਡੇਟ ਦੇ ਵਿੱਚ ਭਗਤ ਸਿੰਘ ਵਰਗੇ ਨੌਜਵਾਨ ਜੋ ਮਾਨਸਿਕ ਤੌਰ 'ਤੇ ਜਾਗਰੂਕ ਹੋਣ, ਇੰਟੈਲੀਜੈਂਟ ਹੋਣ। ਅਸੀਂ ਇਹ ਦੇਖਦੇ ਹਾਂ ਕਿ ਸਮਾਜ ਦੇ ਵਿੱਚ ਬਹੁਤ ਘੱਟ ਲੋਕਾਂ ਨੇ ਭਗਤ ਸਿੰਘ ਨੂੰ ਪੜ੍ਹਿਆ। ਭਗਤ ਸਿੰਘ ਦੀਆਂ ਚਿੱਠੀਆਂ, ਭਗਤ ਸਿੰਘ ਦੀ ਡਾਇਰੀ, ਭਗਤ ਸਿੰਘ ਨੇ ਜਿਹੜੇ ਕੇਸ ਲੜੇ ਉਹਦੇ ਵਿੱਚ ਉਹਨਾਂ ਦੇ ਵਿਚਾਰ ਕੀ ਨੇ, ਬਹੁਤ ਘੱਟ ਲੋਕ ਇਸ ਤੋਂ ਜਾਣੂ ਨੇ। ਹਾਂ, ਭਗਤ ਸਿੰਘ ਨੂੰ ਪਿਆਰ ਕਰਨ ਵਾਲੇ ਸਾਰੇ ਹੀ ਨੇ, ਸਾਰੀ ਦੁਨੀਆ ਦੇ ਵਿੱਚ ਮੌਜੂਦ ਨੇ। ਪਰ ਦੇ ਨਾਲ ਜ਼ਰੂਰੀ ਇਹ ਵੀ ਹੈ ਕਿ ਭਗਤ ਸਿੰਘ ਨੂੰ ਪੜ੍ਹਿਆ ਜਾਵੇ ਤਾਂ ਕਿ ਉਸਦੇ ਵਿਚਾਰ ਸਾਡੇ ਸਾਰਿਆਂ ਦੇ ਦਿਲ ਦੇ ਵਿੱਚ ਵਸਣ, ਅਸੀਂ ਉਸ ਦੀ ਸੋਚ ਦੇ ਉੱਤੇ ਤੁਰਨ ਦੀ ਕੋਸ਼ਿਸ਼ ਕਰੀਏ, ਕਿਉਂਕਿ ਬੇहद ਇੰਟੈਲੀਜੈਂਟ ਬੰਦਾ ਇੱਕ 23 ਸਾਲ ਦਾ ਨੌਜਵਾਨ। ਸੋ ਕੁਝ ਘਟਨਾਵਾਂ ਪੰਜਾਬ ਦੇ ਅੰਦਰ ਵਾਪਰ ਰਹੀਆਂ ਨੇ ਨੌਜਵਾਨ ਪੀੜ੍ਹੀ ਨੂੰ ਲੈ ਕੇ, ਉਸ ਦੇ ਬਾਰੇ ਗੱਲਬਾਤ ਕਰਾਂਗੇ। ਕਿਉਂਕਿ ਨੌਜਵਾਨ ਪੀੜ੍ਹੀ ਅੱਜ ਬਹੁਤ ਜ਼ਿਆਦਾ ਤੁਸੀਂ ਕਹਿ ਸਕਦੇ ਹੋ ਡਿਪਰੈਸ਼ਨ ਦੇ ਵਿੱਚ ਆ। ਪੰਜਾਬ ਛੱਡ ਕੇ ਵਿਦੇਸ਼ਾਂ ਵਿੱਚ ਜਾ ਕੇ ਸੈਟਲ ਹੋਣਾ ਚਾਹੁੰਦੇ ਨੇ ਕਿਉਂਕਿ ਇੱਥੇ ਉਹਨਾਂ ਨੂੰ ਆਪਣਾ ਭਵਿੱਖ ਨਜ਼ਰ ਨਹੀਂ ਆ ਰਿਹਾ, ਅਤੇ ਫਿਰ ਦੇਸ਼ ਦਾ ਭਵਿੱਖ, ਪੰਜਾਬ ਦਾ ਭਵਿੱਖ ਉਹ ਕਿਵੇਂ ਬਣਾਉਣਗੇ। ਨੌਜਵਾਨ ਪੀੜ੍ਹੀ ਦੀਆਂ ਸਮੱਸਿਆਵਾਂ ਕੀ ਨੇ, ਅਤੇ ਖਾਸ ਤੌਰ 'ਤੇ ਜਦੋਂ ਨੌਜਵਾਨ ਪੀੜ੍ਹੀ ਭਟਕ ਜਾਂਦੀ ਹੈ, ਰਾਹ ਤੋਂ ਕੁਰਾਹੇ ਪੈ ਜਾਂਦੀ ਹੈ, ਤਾਂ ਫਿਰ ਕੀ ਨਤੀਜੇ ਹੁੰਦੇ ਨੇ, ਕੀ ਇਲਾਜ ਹੋ ਸਕਦਾ। ਕਹਿੰਦੇ ਨੇ ਕਿ ਨੌਜਵਾਨ ਪੀੜ੍ਹੀ ਇੱਕ ਖਿੱਚ ਕੇ ਛੱਡਿਆ ਹੋਇਆ ਤੀਰ ਹੈ, ਜੇ ਸਹੀ ਦਿਸ਼ਾ ਨਾ ਦਿੱਤੀ ਜਾਵੇ ਤਾਂ ਹਮੇਸ਼ਾ ਗਲਤ ਨਿਸ਼ਾਨੇ 'ਤੇ ਜਾ ਕੇ ਵੱਜਦਾ ਅਤੇ ਸਭ ਕੁਝ ਤਹਿਸ ਨਹਿਸ ਕਰਕੇ ਰੱਖ ਦਿੰਦਾ। ਇਸ ਕਰਕੇ ਨੌਜਵਾਨ ਤਾਕਤ ਨੂੰ ਚੈਨਲਾਈਜ਼ ਕਰਨਾ, ਸਹੀ ਦਿਸ਼ਾ ਦੇਣਾ, ਸਹੀ ਸੋਚ ਦੇਣਾ ਬੇहद ਜ਼ਰੂਰੀ ਹੈ। ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਇਸ ਵਿਸ਼ੇ ਉੱਤੇ ਚਰਚਾ ਕਰਨ ਵਾਸਤੇ ਮਨਜੀਤ ਸਿੰਘ ਜੀ, ਪੋਲੀਟੀਕਲ ਐਨਾਲਿਸਟ। ਸਤਿ ਸ਼੍ਰੀ ਅਕਾਲ ਮਨਜੀਤ ਜੀ, ਸਵਾਗਤ ਕਰਦੇ ਹਾਂ ਪੰਜਾਬ ਚਰਚਾ ਦੇ ਵਿੱਚ ਤੁਹਾਡਾ। ਬਹੁਤ ਬਹੁਤ ਧੰਨਵਾਦ ਜਸ ਖੰਨਾ ਜੀ। ਸੋ ਮਨਜੀਤ ਜੀ, ਅਸੀਂ ਇਸ ਤੋਂ ਪਹਿਲਾਂ ਕਿ ਅੱਗੇ ਵਧੀਏ, ਇੱਕ ਨਵੀਂ ਖਬਰ ਆਈ ਹੈ ਕਿ ਭਗਤ ਸਿੰਘ ਹੋਰਾਂ ਦੇ ਜੱਦੀ ਘਰ ਦੇ ਵਿੱਚ ਬਿਜਲੀ ਦਾ ਕਨੈਕਸ਼ਨ ਕੱਟ ਦਿੱਤਾ ਗਿਆ ਅਤੇ ਉਹਦੇ ਉੱਤੇ ਸਿਆਸਤ ਬੜੀ ਭੜਕੀ, ਬੜੀ ਗਰਮ ਹੋਈ ਕਿ ਇਹ ਅਸੀਂ ਇੱਜ਼ਤ ਕਰਦੇ ਹਾਂ ਆਪਣੇ ਸ਼ਹੀਦਾਂ ਦਾ, ਇਹ ਅਸੀਂ ਇੱਜ਼ਤ ਕਰਦੇ ਹਾਂ ਸ਼ਹੀਦ ਆਜ਼ਮ ਭਗਤ ਸਿੰਘ ਦਾ ਕਿ ਬਿਜਲੀ ਦਾ ਬਿੱਲ ਜੇ 18-19 ਹਜ਼ਾਰ ਰੁਪਈਆ ਆ ਗਿਆ ਅਤੇ ਅਸੀਂ ਬਿਜਲੀ ਦਾ ਕਨੈਕਸ਼ਨ ਹੀ ਕੱਟ ਦਈਏ। ਹਾਲਾਂਕਿ ਕਾਂਗਰਸ ਦੇ ਵੱਲੋਂ ਇਹ ਵੀ ਪ੍ਰਤੀਕਿਰਿਆ ਆਈ ਕਿ ਬਿੱਲ ਅਸੀਂ ਦੇ ਦਿੰਦੇ ਹਾਂ ਪਰ ਕਨੈਕਸ਼ਨ ਬਹਾਲ ਕਰੋ। ਫਿਰ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਨੈਕਸ਼ਨ ਬਹਾਲ ਕਰ ਦਿੱਤਾ। ਇਹ ਸਾਰਾ ਜੋ ਘਟਨਾਕ੍ਰਮ ਵਾਪਰਿਆ, ਤੁਹਾਡਾ ਨਜ਼ਰੀਆ ਕੀ ਹੈ ਇਸ ਨੂੰ ਲੈ ਕੇ? ਦੇਖੋ, ਇਹ ਤੇ ਜਿਸ ਤਰੀਕੇ ਦੀਆਂ ਬਾਕੀ ਪੋਲੀਟੀਕਲ ਪਾਰਟੀਆਂ ਇਹ ਥੋੜਾ ਜਿਹਾ ਮਸ਼ਹੂਰੀ 'ਚ ਆਮ ਆਦਮੀ ਪਾਰਟੀ ਆਪਣੀ ਜ਼ਿਆਦਾ ਵਿਸ਼ਵਾਸ ਰੱਖਦੀ ਆ, ਜ਼ਿਆਦਾ ਤਵੱਜੋ ਦਿੰਦੀ ਹੈ ਕਿ ਮਸ਼ਹੂਰੀ ਜ਼ਿਆਦਾ ਹੋਵੇ, ਲੋਕਾਂ 'ਚ ਇੱਕ ਭਰਮ ਭਾ ਜਿਹਾ ਜ਼ਿਆਦਾ ਵੱਡੇ ਪੱਧਰ ਤੇ ਪੈਦਾ ਹੋਏ। ਕੰਮ ਭਾਵੇਂ ਕੋਈ ਸਿਰੇ ਲੱਗੇ ਜਾਂ ਨਾ ਲੱਗੇ, ਕਹਿੰਦੇ ਤੇ ਹੈ ਸਾਡਾ ਕੰਮ ਬੋਲਦਾ। ਮੈਨੂੰ ਲੱਗਦਾ ਇਹਨਾਂ ਦੀ ਮਸ਼ਹੂਰੀ ਬੋਲਦੀ ਆ ਕੰਮ ਦੇ ਨਾਲੋਂ। ਜੇ ਕੰਮ ਬੋਲਦਾ ਹੋਵੇ ਤੇ ਫਿਰ ਮਸ਼ਹੂਰੀ, ਇਸ਼ਤਿਹਾਰ ਦੇਣੇ, ਇਹ ਡਰਾਮੇ ਕਰਨੇ, ਉਹਦੀ ਕੋਈ ਬਹੁਤੀ ਜ਼ਰੂਰਤ ਨਹੀਂ ਹੁੰਦੀ। ਮੈਨੂੰ ਤੇ ਲੱਗਦਾ ਇਹ ਪਹਿਲੇ ਚੀਫ ਮਿਨਿਸਟਰ ਹੋਣਗੇ ਜਿਨ੍ਹਾਂ ਨੇ ਆਪਣੀ ਭਗਤ ਸਿੰਘ ਵਾਂਗੂ, ਜਿਸ ਤਰ੍ਹਾਂ ਜਾਣਿਆ ਜਾਂਦਾ ਕਿ ਬਸੰਤੀ ਰੰਗ ਦੀ ਪੱਗ ਵੀ ਬੱਧੀ ਹੋਈ ਆ, ਉੱਥੇ ਜਾ ਕੇ ਖਟਕੜ ਕਲਾਂ ਸਹੁੰ ਵੀ ਚੁੱਕੀ ਸੀਗੀ। ਕੇਜਰੀਵਾਲ ਜੀ ਵੀ ਉੱਥੇ ਸੀ ਔਰ 90 ਕੁ ਲੱਖ ਰੁਪਈਆ ਉੱਥੇ, ਜੋ ਅਲੱਗ-ਅਲੱਗ ਮੂੰਹ ਅਲੱਗ-ਅਲੱਗ ਗੱਲਾਂ, ਪਰ ਘੱਟੋ ਘੱਟ 90 ਲੱਖ ਰੁਪਈਆ ਇੱਕ RTI 'ਚ ਇਨਫੋਰਮੇਸ਼ਨ ਆਈ ਸੀਗੇ, ਇਹਨਾਂ ਨੇ ਖਰਚ ਕੀਤਾ। ਜਦੋਂ ਤੁਸੀਂ ਖਟਕੜ ਕਲਾਂ ਇੰਨਾ ਖਰਚ ਕੀਤਾ ਤਾਂ ਫਿਰ ਤੁਹਾਡੇ ਲਈ ਤੁਹਾਡੀ ਰਾਜਨੀਤਿਕ ਦੂਸਰੀ ਜਾਂ ਸੱਭਿਆਚਾਰਕ ਜਿਹੜੀ ਕਹਿ ਲਓ, ਤੁਸੀਂ ਸੱਭਿਆਚਾਰਕ ਰਾਜਧਾਨੀ ਤੁਹਾਡੀ ਖਟਕੜ ਕਲਾਂ ਹੋਣੀ ਚਾਹੀਦੀ ਹੈ। ਉੱਥੇ ਦਾ ਹਰ ਪੱਤਾ ਵੀ ਜੇ ਹਿਲਦਾ ਤੇ ਤੁਹਾਡੇ ਮਨ 'ਚ ਉਹਦੇ 'ਚ ਥੋੜਾ ਜਿਹਾ ਅਸਰ ਹੋਣਾ ਚਾਹੀਦਾ। ਪਰ ਇਹ ਜੋ ਹੋਇਆ ਕਿ ਉਹਨਾਂ ਦੀ ਆਪਣੀ ਘਰ ਦੀ ਬਿਜਲੀ ਦਾ ਤੁਸੀਂ ਕੱਲਾ ਬਿੱਲ ਹੀ ਨਹੀਂ ਮੰਗਿਆ, ਚਲੋ ਉਹ ਤੇ ਠੀਕ ਹੈ, ਬਾਕੀਆਂ ਵਾਂਗੂ ਉਹ ਵੀ ਬਿੱਲ ਦਿੰਦੇ ਹੋਣਗੇ, ਤੁਸੀਂ ਕਨੈਕਸ਼ਨ ਹੀ ਕੱਟਤਾ। ਫਿਰ ਬਾਅਦ ਵਿੱਚ ਆਇਆ ਕਿ ਨਹੀਂ ਉਹ ਨਹੀਂ ਸੀ, ਇੰਝ ਸੀ, ਜਿਹੜੇ ਬਿਜਲੀ ਮੰਤਰੀ ਆ ਜਾਣੀ ਇੱਧਰ ਉੱਧਰ ਦੀਆਂ ਸਫਾਈਆਂ ਕੀਤੀਆਂ, ਨਹੀਂ ਜੀ ਉਹ ਇਹੋ ਜਿਹੀ ਕੋਈ ਗੱਲ ਨਹੀਂ, ਗਲਤ ਹੋ ਗਿਆ, ਫਲਾਨਾ ਹੋ ਗਿਆ। ਨਾਲ ਹੀ ਇਹ ਵੀ ਪਤਾ ਲੱਗਾ ਕਿ ਜਿਹੜਾ ਉੱਥੇ ਮਿਊਜ਼ੀਅਮ ਹੈ, 2 ਮਾਲੀ ਉੱਥੇ ਰੱਖੇ ਹੋਏ ਆ, ਉਹਨਾਂ ਨੂੰ 8-8 ਮਹੀਨੇ ਦੀ ਤਨਖਾਹ ਨਹੀਂ ਸੀ ਮਿਲੀ ਜੀ। 8-8 ਮਹੀਨੇ ਦੀ। ਨਵੇਂ ਵਾਅਦੇ ਪੈਨਸ਼ਨਾਂ ਕਿੱਥੋਂ ਆਉਣੀਆਂ ਆ, ਜਿਹੜੀ ਪੁਰਾਣੀ ਪੈਨਸ਼ਨ ਨੂੰ ਦੁਬਾਰਾ ਮੋਹਰ ਲਾ ਕੇ ਭੰਗੜੇ ਪਾਏ ਜਾ ਰਹੇ ਆ। ਅੱਜ
ਕੱਲ ਇਸ਼ਤਿਹਾਰ ਪੈਨਸ਼ਨਾਂ ਦੇ ਸੀ, ਅੱਜ ਮਜ਼ਦੂਰਾਂ ਦੇ। ਹੁਣ ਇਹ ਦੇਖੋ ਜੱਜ ਕਰਨਾ ਜੀ, ਮੈਂ ਇਸ ਕਰਕੇ ਥੋੜਾ ਜਿਹਾ ਡਿਸਟਰਬ ਹੁੰਨੇ ਆ ਅਸੀਂ, ਇਹ ਰੂਟੀਨ ਗੱਲ ਹੈਗੀ ਕਿ ਜਿਹੜੇ ਵੀ ਮੈਂ ਵਰਕਰਾਂ ਦੇ ਉੱਤੇ PhD ਕੀਤੀ ਹੋਈ ਹੈ ਤੇ ਹਰ 3 ਮਹੀਨਿਆਂ ਬਾਅਦ ਨੋਟੀਫਿਕੇਸ਼ਨ ਹੋਣੀ ਹੁੰਦੀ ਆ ਵਰਕਰਾਂ ਦੇ ਰਿਵਾਈਜ਼ਡ ਵੇਜ ਰੇਟ ਦੀ, ਜਿਹੜੀ ਉਹਨਾਂ ਦੀ ਉਜਰਤ ਆ, ਤੇ ਉਹ ਤਾਂ ਕਿ ਜਿੰਨੇ ਵੀ ਮਹਿੰਗਾਈ ਹੋਈ ਆ ਉਹਨੂੰ ਡਿਫਲੇਟ ਕਰਕੇ ਤਾਂ ਉਹਦੇ ਨਾਲ ਉਹਨਾਂ ਨੂੰ ਨਾਲੋਂ ਨਾਲ ਰੇਟ ਵਧਾਏ ਜਾਣ। 4 ਵਾਰੀ ਸਾਲ 'ਚ ਹਰ ਸਰਕਾਰ ਨੇ ਨੋਟੀਫਿਕੇਸ਼ਨ ਕਰਨੀ ਹੁੰਦੀ ਹੈ। ਤੁਹਾਡੀ ਇਹਦੇ 'ਚ ਕਿਹੜੀ ਵੱਡੀ ਅਚੀਵਮੈਂਟ ਹੈ? ਤੁਸੀਂ ਕਿਹੜਾ ਵੱਡਾ ਗੱਫਾ ਦੇ ਦਿੱਤਾ? ਜੋ ਬਣਦਾ ਸੀ ਉਹ ਦੇ ਦਿੱਤਾ, ਜੋ ਬਾਕੀ ਵੀ ਸਰਕਾਰਾਂ ਦਿੰਦੀਆਂ ਰਹੀਆਂ। ਇੰਪ੍ਰੈਸ਼ਨ ਇਹ ਦਿੱਤਾ ਜਾ ਰਿਹਾ ਕਿ ਜਿਵੇਂ ਕੱਲ ਤੇ ਅਸੀਂ ਕਰਮਚਾਰੀਆਂ ਨੂੰ ਬੜੇ ਵੱਡੇ ਗੱਫੇ ਦੇ ਦਿੱਤੇ। ਅਜੇ ਅਨਾਉਂਸਮੈਂਟ ਹੋਈ ਹੈ, ਨੋਟੀਫਿਕੇਸ਼ਨ ਨਹੀਂ ਹੋਈ। ਤੇ ਨੋਟੀਫਿਕੇਸ਼ਨ ਦੇ ਵਿੱਚ ਕਿਹਨੇ ਰਗੜੇ ਜਾਣਾ, ਕਿਹਨੇ ਬਚਣਾ, ਕਿੰਨੀ ਮਿਲਣੀ, ਕਿੰਨੀ ਨਹੀਂ ਮਿਲਣੀ, ਕੀ ਸਿਰ ਮੂੰਹ ਹੋਊਗਾ। ਜੇ ਇਹਨਾਂ ਨੇ ਨਵੇਂ ਸਿਰਿਓਂ ਚਾਲੂ ਕੀਤੀ ਤੇ 30 ਸਾਲ ਬਾਅਦ ਉਹਦੀ ਲਾਗੂ ਹੋਣੀ ਆ ਉਹ, ਕਿਉਂਕਿ 30 ਸਾਲ ਇੱਥੇ ਇੰਪਲਾਇਮੈਂਟ, 25 ਸਾਲ 30 ਸਾਲ ਬਾਅਦ। ਤੇ ਜੇ ਪਿਛਲੇ ਸਮੇਂ ਤੋਂ, ਜਦੋਂ ਤੋਂ 2004 ਤੋਂ ਜਿਹੜੇ ਅਜੇ ਇੰਪਲਾਈ ਰਿਟਾਇਰ ਨਹੀਂ ਹੋਏ, ਜੇ ਉਹਨਾਂ ਨੂੰ ਲੈਂਦੇ ਆ ਜਿਹੜੇ ਕਿ ਵਿਚਾਰੇ ਮੰਗ ਰਹੇ ਆ, ਤਾਂ ਫਿਰ ਅਸੀਂ ਮੰਨਾਂਗੇ ਕਿ ਇਹ ਸਰਕਾਰ ਨੇ ਵਾਕਿਆ ਹੀ ਬਹੁਤ ਵੱਡਾ ਕਦਮ ਲਿਆ। ਜੇ ਨੋਟੀਫਿਕੇਸ਼ਨ ਹੈ ਨਹੀਂ, ਪਰ ਇਸ਼ਤਿਹਾਰ ਆ ਗਏ ਆ, ਵਰਕਰਾਂ ਦੇ ਆ ਗਏ ਆ। ਕਹਿਣ ਦਾ ਮਤਲਬ ਕਿ ਢੋਲ ਵਜਾਉਣ 'ਚ, ਕੋਠੇ ਚੜ ਕੇ ਰੌਲਾ ਪਾਉਣ 'ਚ ਕਰਤਾ ਉਹ ਵੀ ਗੁਜਰਾਤ ਦਾ। ਹੁਣ ਇੱਕ ਇਹ ਨਾਲ ਦੀਆਂ ਗੱਲਾਂ ਜਿਹੜੀਆਂ ਤੁਸੀਂ ਕਹਿੰਦੇ ਆ, ਇੱਕ RTI ਆਈ ਆ, ਉਹਦੇ 'ਚ ਇਹਨਾਂ ਨੂੰ ਪਤਾ ਇਹ ਲੱਗਾ ਕਿ ਸਿਰਫ ਸੋਸ਼ਲ ਮੀਡੀਆ ਦੇ ਫੇਸਬੁੱਕ ਤੇ ਟਵਿੱਟਰ ਤੇ 1 ਕਰੋੜ 22 ਲੱਖ ਰੁਪਈਆ ਇਹਨਾਂ ਨੇ ਮਸ਼ਹੂਰੀ ਤੇ ਖਰਚਤਾ, ਜਿਹਦੇ 'ਚੋਂ 80% ਤੇ ਸਿਰਫ ਗੁਜਰਾਤ ਵਿੱਚ ਖਰਚਿਆ ਗਿਆ। ਇਹਦਾ ਮਤਲਬ ਪੰਜਾਬ ਨੂੰ ਇਸ ਵੇਲੇ ਵਾਕਿਆ ਹੀ ਇੱਕ ਕਾਲੋਨੀ ਬਣਾਇਆ। ਇਹ ਇਨਕਲਾਬੀ ਅਸੂਲਾਂ ਤੇ ਨੌਜਵਾਨਾਂ ਨੂੰ ਕੀ ਕਰਨਾ, ਕਿੱਧਰ ਨੂੰ ਦਸ਼ਾ ਦੇਣੀ, ਕਿੱਥੇ ਉਹਨਾਂ ਨੂੰ ਦੇਸ਼ ਦੇ ਭਵਿੱਖ ਦੇ ਉਜਲੇ ਭਵਿੱਖ ਲਈ ਤਿਆਰ ਕਰਨਾ, ਉਹ ਗੱਲਾਂ ਭੁੱਲ ਜਾਓ ਤੁਸੀਂ। ਇਹ ਤੇ ਸਿਰਫ ਕੇਜਰੀਵਾਲ ਦੇ ਉੱਤੇ ਨਵੀਂ ਟੋਪੀ ਪ੍ਰਧਾਨ ਮੰਤਰੀ ਦੀ ਕਦੋਂ ਪਵੇ, ਕਦੋਂ ਉਹਨਾਂ ਨੂੰ ਇੱਕ ਨਵੀਂ ਕਿਸਮ ਦੀ ਸਾਰੀ ਦੁਨੀਆ ਦੇ ਵਿੱਚ ਉਹਨਾਂ ਦੀ ਮਹਿਮਾ ਬਣੇ। ਉਹਨਾਂ ਦਾ ਰੋਲ ਮਾਡਲ ਇਸ ਵੇਲੇ ਕੇਜਰੀਵਾਲ ਦਾ ਕਿ ਮੈਂ ਨਰਿੰਦਰ ਮੋਦੀ ਜੀ ਨੂੰ ਪਰਾਂ ਹਟਾ ਕੇ ਤੇ ਉੱਥੇ ਬਹਿਣਾ, ਤੇ ਉਹਦੇ ਲਈ ਇਹ ਸਾਰੀ ਪਾਰਟੀ ਪੰਜਾਬ ਦੀ ਸਰਕਾਰ ਵਿੱਚ ਜਹਾਜ਼ ਖਰੀਦ ਰਹੇ ਆ, 8-10 ਸੀਟਰ ਜਹਾਜ਼ ਖਰੀਦ ਰਹੇ ਆ ਗਈ ਆ, ਉਹਦੀ ਐਡਵਰਟਾਈਜ਼ਮੈਂਟ ਆ ਗਈ ਆ, ਟੈਂਡਰ ਮੰਗ ਲਏ ਆ, ਤਾਂ ਕਿ ਹੁਣ ਤੋਂ ਹੀ ਉਹ ਥੋੜਾ ਫੀਲਿੰਗ ਲੈ ਸਕਣ। ਤੇ ਤੁਹਾਡਾ ਜਿਹੜਾ ਮੁੱਦਾ ਆ, ਮੈਂ ਬਿਲਕੁਲ ਤੁਹਾਡੇ ਨਾਲ ਸਹਿਮਤ ਆ ਕਿ ਸਾਡੇ ਲਈ ਰੋਲ ਮਾਡਲ ਪੰਜਾਬ ਦੇ ਨੌਜਵਾਨਾਂ ਲਈ, ਜਦੋਂ ਅਸੀਂ ਸੀ 70ਵਿਆਂ ਦੇ ਵਿੱਚ ਸਟੂਡੈਂਟ, ਉਹ ਬਿਲਕੁਲ ਸ਼ਹੀਦ ਭਗਤ ਸਿੰਘ ਸੀ। ਉਹਦੇ ਵਾਂਗੂ ਸੋਚਦੇ, ਉਹਦੇ ਪਦ ਕਦਮਾਂ ਤੇ ਚੱਲਣ ਦੀ ਕੋਸ਼ਿਸ਼ ਕਰਦੇ, ਜੇਲ੍ਹਾਂ 'ਚ ਵੀ ਗਏ, ਹੋਰ ਵੀ ਸਾਡੇ ਨਾਲ। ਉਹ ਸਾਰੇ ਦਹਾਕੇ ਦੇ ਵਿੱਚ ਬਹੁਤ ਵੱਡੇ ਤੇ ਪੱਧਰ ਤੇ ਸਿਆਣੇ, ਸਮਝਦਾਰ, ਜ਼ਿੰਮੇਵਾਰ, ਇਮਾਨਦਾਰ ਅਫਸਰ ਪੈਦਾ ਹੋਏ ਬਾਅਦ ਵਿੱਚ, ਉਹ 10 ਸਾਲਾਂ 'ਚ ਜਿਹੜੇ ਲੋਕ ਭਗਤ ਸਿੰਘ ਨੂੰ ਲੈ ਕੇ ਚਲੇ। ਪਰ ਹੁਣ ਕੀ ਹੋ ਰਿਹਾ? ਕਰਪਸ਼ਨ ਦਾ ਢੇਰ ਲੱਗਾ ਇੱਥੇ, ਨੌਜਵਾਨ ਨਸ਼ਿਆਂ 'ਚ ਆ, ਕੋਈ ਰੇਤਾ ਬਜਰੀ ਦਾ ਮਾਫੀਆ, ਇਹ ਡਰੱਗ ਮਾਫੀਆ, ਇਹ ਲੀਕਰ ਮਾਫੀਆ, ਰੋਜ਼ ਇੱਟ ਸਿਆਪਾ ਤੇ ਪੱਕਾ ਘਿਰਾਓ ਅਗਰਾਹਾਂ ਹੁਣੀ ਕਰੀ ਬੈਠੇ ਆ। ਧਰਾਤਲ ਦੀ ਸਿਚੁਏਸ਼ਨ ਇਹ ਹੈ। ਹਾਂਜੀ ਜਸ ਕਰਨਾ ਜੀ, ਬਿਲਕੁਲ ਤੁਸੀਂ ਦਰੁਸਤ ਫਰਮਾਇਆ ਕਿ ਇਸ ਵਕਤ ਹਾਲਾਤ ਬਹੁਤ ਮਾੜੇ ਨੇ। ਜੋ ਉਮੀਦ ਕੀਤੀ ਜਾਂਦੀ ਸੀ ਉਸ ਤੋਂ ਬਿਲਕੁਲ ਵਿਪਰੀਤ ਚੱਲਦੇ ਪਏ ਨੇ। ਤੇ ਇਹਦੇ ਵਿੱਚੋਂ ਜਿਵੇਂ ਤੁਸੀਂ ਨਸ਼ਿਆਂ ਦੀ ਗੱਲ ਕੀਤੀ ਹੈ, ਮੈਂ ਵਿਦੇਸ਼ ਜਾਣ ਵਾਲੇ ਨੌਜਵਾਨਾਂ ਦੀ ਗੱਲ ਕੀਤੀ ਹੈ, ਹੋਰ ਵੀ ਜਿਹੜੇ ਬਹੁਤ ਪਰੇਸ਼ਾਨ ਨੇ, ਡਿਪਰੈਸ਼ਨ ਵਿੱਚ ਨੇ, ਹਮੇਸ਼ਾ ਸੋਚਾਂ ਵਿੱਚ ਨੇ, ਗਲਤ ਕਦਮ ਤੇ ਜਾਂਦੇ ਨੇ, ਗਲਤ ਕਦਮ ਚੁੱਕਦੇ ਨੇ, ਔਰ ਤੁਸੀਂ ਦੇਖੋਗੇ ਮਾਫੀਆ ਦੇ ਨਾਲ ਇਨਵੋਲਵ ਹੋ ਜਾਂਦੇ ਨੇ। ਔਰ ਉਹਦੇ ਵਿੱਚੋਂ ਇੱਕ ਨਵੀਂ ਕੈਟਾਗਰੀ ਨਿਕਲਦੀ ਹੈ ਜਿਹਨੂੰ ਆਪਾਂ ਕਹਿੰਦੇ ਹਾਂ ਗੈਂਗਸਟਰਸ। ਇੱਕ ਪੈਰਲਲ ਗਵਰਨਮੈਂਟ ਚੱਲਦੀ ਪਈ ਹੈ। ਕਿਸੇ ਨੂੰ ਵੀ ਫੋਨ ਦੇ ਉੱਤੇ ਧਮਕੀ ਆਉਂਦੀ ਹੈ, ਕਿਸੇ ਦੇ ਕਤਲ ਹੋ ਜਾਂਦੇ ਨੇ, ਜੋ ਸੈਲੀਬ੍ਰਿਟੀਜ਼ ਨੇ ਉਹ ਵੀ ਡਰਦੇ ਨੇ, ਪੁਲਿਸ ਵਾਲਿਆਂ ਤੱਕ ਨੂੰ ਧਮਕੀ ਆ ਜਾਂਦੀ ਹੈ। ਸੋ ਇਹ ਜਿਹੜਾ ਇੱਕ ਨਵਾਂ ਵਰਗ ਪੈਦਾ ਹੋਇਆ ਜਿਹਨੂੰ ਅਸੀਂ ਗੈਂਗਸਟਰਸ ਕਹਿੰਦੇ ਹਾਂ, ਜੋ ਇੱਕ ਸਮਾਨਾਂਤਰ ਸਰਕਾਰ ਚਲਾਉਂਦੇ ਪਏ ਨੇ ਸਾਡੇ ਭਾਰਤ ਦੇ ਵਿੱਚ, ਸਾਡੇ ਪੰਜਾਬ ਦੇ ਵਿੱਚ, ਔਰ ਕਹਿੰਦੇ ਨੇ ਕਿ ਇਹਨਾਂ ਦੇ ਕਨੈਕਸ਼ਨ ਤੇ ਇੰਟਰਨੈਸ਼ਨਲ ਲੈਵਲ ਤੇ ਨੇ। ਆਰਗੇਨਾਈਜ਼ਡ ਕ੍ਰਾਈਮ ਹੈ, ਪੂਰਾ ਨੈਟਵਰਕ ਹੈ, ਪੂਰੀ ਆਰਗੇਨਾਈਜੇਸ਼ਨ ਬਣੀ ਹੋਈ ਹੈ। ਔਰ ਪਿੱਛੇ ਜੇ ਫੇਸਬੁੱਕ ਦੇ ਉੱਤੇ WhatsApp ਨੰਬਰ ਜਾਰੀ ਕੀਤਾ ਗਿਆ ਕਿ ਜਿਹੜੇ ਵੀ ਮੁੰਡੇ ਨੌਜਵਾਨ ਸਾਡਾ ਗਰੁੱਪ ਜੁਆਇਨ ਕਰਨਾ ਚਾਹੁੰਦੇ ਨੇ, ਜੋ ਗੈਂਗਸਟਰਸ ਦਾ ਗਰੁੱਪ ਹੈ, ਤੁਸੀਂ ਸਾਨੂੰ ਇਸ ਨੰਬਰ ਦੇ ਉੱਤੇ ਸੰਪਰਕ ਕਰ ਸਕਦੇ ਹੋ। ਖੁੱਲ੍ਹੇਆਮ ਫੇਸਬੁੱਕ ਦੇ ਉੱਤੇ ਇਹ WhatsApp ਨੰਬਰ ਜਾਰੀ ਕੀਤਾ ਜਾਂਦਾ ਹੈ। ਔਰ WhatsApp ਨੰਬਰ ਦੇ ਨਾਲ ਫੇਸਬੁੱਕ ਦੇ ਉੱਤੇ ਇਹ ਵੀ ਜਾਰੀ ਕੀਤਾ ਜਾਂਦਾ ਕਿ ਫਲਾਣੀ ਘਟਨਾ ਦੀ ਜ਼ਿੰਮੇਵਾਰੀ ਅਸੀਂ ਲੈਂਦੇ ਹਾਂ, ਫਲਾਣੀ ਘਟਨਾ ਦੀ ਜ਼ਿੰਮੇਵਾਰੀ ਸਾਡੇ ਉੱਤੇ ਤੁਸੀਂ ਪਾ ਦਿਓ, ਅਸੀਂ ਜ਼ਿੰਮੇਵਾਰੀ ਲੈਂਦੇ ਹਾਂ। ਔਰ ਆਪਸ ਦੇ ਵਿੱਚ ਵੀ ਇੱਕ ਦੂਜੇ ਨੂੰ ਧਮਕੀਆਂ ਦਿੰਦੇ ਨੇ ਫੇਸਬੁੱਕ ਦੇ ਉੱਤੇ, ਹੋਰ ਸੋਸ਼ਲ ਪਲੇਟਫਾਰਮਸ ਦੇ ਉੱਤੇ, ਕਿ ਤੁਸੀਂ ਸਾਡੇ ਤੋਂ ਬਚ ਕੇ ਰਹਿਣਾ, ਉਹ ਕਹਿੰਦੇ ਨੇ ਤੁਸੀਂ ਸਾਡੇ ਤੋਂ ਬਚ ਕੇ ਰਹਿਣਾ।
ਇਹ ਮਤਲਬ ਇਹ ਕੀ ਚੱਲਦਾ ਕੀ ਪਿਆ ਪੰਜਾਬ ਦੀ ਧਰਤੀ ਦੇ ਉੱਤੇ ਮਨਜੀਤ ਜੀ? ਜਸ ਖੰਨਾ ਜੀ, ਆਪਾਂ ਫੈਕਟ ਜਿਹੜੇ ਧਰਾਤਲ ਦੇ ਆ, ਜੇ ਉਹਨਾਂ ਤੋਂ ਅਵੇਅਰ ਹੈ ਤੇ ਫਿਰ ਸਾਨੂੰ ਇਹ ਅਜੀਬ ਨਹੀਂ ਲੱਗੂਗਾ। ਜੀ ਇਸ ਵੇਲੇ ਦੋ ਅਲੱਗ-ਅਲੱਗ ਫਿਗਰਾਂ ਮੇਰੇ ਕੋਲ ਬੜੇ ਰਿਪਿਊਟਡ ਪੇਪਰਾਂ 'ਚ ਆਈਆਂ। ਇੱਕ ਤੇ ਇਹ ਕਹਿੰਦੇ ਆ ਕਿ 43% ਸਾਡੇ MP ਤੇ ਉਨੀ ਪ੍ਰਪੋਰਸ਼ਨ 43-45% ਸਾਡੀ ਜਿਹੜੀ ਕੇਂਦਰੀ ਕੈਬਨਿਟ ਹੈਗੀ ਆ, ਉਹਦੇ ਵਿੱਚ ਕ੍ਰਿਮੀਨਲ ਬੈਕਗ੍ਰਾਉਂਡ ਦੇ ਲੋਕ ਹੈਗੇ ਆ। ਜੀ ਇੱਕ ਪੇਪਰ 'ਚ ਇਹ ਆਇਆ ਸੀ ਕਿ ਅੱਧੀ ਜਿਹੜੀ ਸਾਡੇ ਪਾਰਲੀਮੈਂਟ ਦੇ ਅੱਧੇ ਮੈਂਬਰ ਆ ਉਹ ਕ੍ਰਿਮੀਨਲ ਬੈਕਗ੍ਰਾਉਂਡ ਦੇ। ਜੇ ਹਾਲਤ ਦੇਸ਼ ਦੇ ਵਿੱਚ ਕ੍ਰਿਮੀਨਲਾਈਜੇਸ਼ਨ ਆਫ ਪੋਲਿਟਿਕਸ ਜਿਹਨੂੰ ਕਹਿੰਦੇ ਆ, ਜੇ ਪੋਲਿਟਿਕਸ ਸਾਡੇ ਵਿੱਚ ਹੀ ਇੰਨੀ ਇਹੋ ਜਿਹੀ ਕ੍ਰਿਮੀਨਲ ਹੋ ਚੁੱਕੀ ਹੈ ਤੇ ਉਹਨਾਂ ਦੀ ਸੋਚ ਤੇ ਬੰਦੇ ਫਿਰ ਉਹੋ ਜਿਹੇ ਦੇਸ਼ ਨੂੰ ਰਸਤਾ ਦਿਖਾਉਣਗੇ, ਉਸੇ ਪਾਸੇ ਨੂੰ ਹੀ ਆਪ ਚੱਲਣਗੇ, ਉਸੇ ਪਾਸੇ ਨੌਜਵਾਨਾਂ ਨੂੰ ਲੈ ਕੇ ਜਾਣਗੇ। ਇਹ ਸੂਬਿਆਂ 'ਚ ਵੀ ਇਹੋ ਹਾਲ ਆ। ਪਿਛਲੀਆਂ ਜਿਹੜੀਆਂ ਪਾਰਟੀਆਂ ਨੇ 15-20 ਸਾਲ ਪੰਜਾਬ ਦੇ ਵਿੱਚ ਰਾਜ ਕੀਤਾ ਆ, ਉਹ ਬੜਾ ਸਾਫ਼ ਆ ਕਿ ਲੁੱਟਿਆ ਜ਼ਿਆਦਾ ਤੇ ਪੰਜਾਬ ਦਾ ਵਿਕਾਸ ਘੱਟ ਕੀਤਾ। ਉਹਦੇ ਨਾਲ ਹੋਇਆ ਕਿ ਆਪਣੇ ਜਦੋਂ ਘਰ ਭਰੇ ਆ ਤੇ ਪੈਸਾ ਗਲਤ ਢੰਗ ਨਾਲ ਜਦੋਂ ਹੱਥਾਂ 'ਚ ਆਇਆ, ਉਹਦੇ ਕਰਕੇ ਹੀ ਇਹ ਗੈਂਗਸਟਰ ਜਿਹੜੇ ਆ ਉਹ ਚਾਹੀਦੇ। ਜੇ ਤੁਸੀਂ ਆਰਾਮ ਨਾਲ ਇਮਾਨਦਾਰੀ ਦਾ ਕੰਮ ਕਰਦੇ ਹੋ, ਤੁਸੀਂ ਇਮਾਨਦਾਰੀ ਦੀ ਰੋਟੀ ਖਾਂਦੇ ਆ, EMPLOYE ਆ, IAS ਆ, ਪੁਲਿਸ ਵਾਲੇ ਆ, ਜੱਜ ਸਾਹਿਬਾਨ ਆ, ਜੱਜਾਂ ਨੂੰ ਤੇ ਚਲੋ ਸਿਕਿਉਰਿਟੀ ਮਾੜੀ ਮੋਟੀ ਲੋੜ ਹੈ ਕਿਉਂਕਿ ਉਹ ਜੱਜਮੈਂਟ ਦਿੰਦੇ ਆ। ਕਈ ਲੋਕ ਕ੍ਰਿਮੀਨਲ ਵੀ ਹੁੰਦੇ ਆ, ਉਹ ਉਹਨਾਂ ਤੋਂ ਬਦਲਾ ਲੈ ਸਕਦੇ। ਬਾਕੀ ਜਿਹੜੀ ਜਨਤਾ ਜਨਾਰਦਨ ਜਿਨ੍ਹਾਂ ਨੇ ਸੇਵਾ ਕਰਨੀ ਵਿੱਚੇ ਪੋਲੀਟੀਸ਼ੀਅਨ, ਉਹਨਾਂ ਨੂੰ ਹਜ਼ਾਰਾਂ ਬੰਦੇ ਪੁਲਿਸ ਦੇ ਨਾਲ ਲੈ ਕੇ ਲਾਮ ਲਸ਼ਕਰ ਕਿਉਂ ਚੱਲਣਾ ਪੈਂਦਾ? ਕਿਉਂਕਿ ਪੁੱਠੇ ਕੰਮ ਕਰਦੇ ਆ, ਕਿਉਂਕਿ ਲੋਕਾਂ 'ਚ ਹਰਮਨ ਪਿਆਰੇ ਨਹੀਂ। ਕਿਸੇ ਵੇਲੇ ਲੋਕ ਉਮੜ ਕੇ ਆਉਂਦੇ ਸੀ, ਭਾਵੇਂ ਪ੍ਰਧਾਨ ਮੰਤਰੀ ਹੋਵੇ, ਭਾਵੇਂ ਕੋਈ ਸਾਡੇ ਕਿਸੇ ਵੀ ਕਿਸਮ ਦੇ ਪੋਲੀਟੀਸ਼ੀਅਨ ਹੁੰਦੇ, ਸਵਾਲ ਹੀ ਨਹੀਂ ਸੀ। ਇੱਕ ਅੱਧਾ ਪੁਲਿਸ ਵਾਲਾ ਨਾਲ ਧਿਆਨ ਰੱਖਣ ਲਈ ਭਾਵੇਂ ਹੋਵੇ। ਕਦੀ ਕੁਛ ਇਹੋ ਜਿਹਾ ਦੇਖਿਆ ਨਹੀਂ। ਅਸੀਂ ਦੇਖਦੇ ਰਹੇ ਹਾਂ ਜਦੋਂ ਪੋਲੀਟੀਸ਼ੀਅਨ ਹੁੰਦੇ ਸੀ। ਜੋ ਅੱਜ ਦਾ ਦੇਖਦੇ ਹਾਂ ਸੀਨ, ਕਿਉਂਕਿ ਉਹ ਖੁਦ ਮਾੜੇ ਕੰਮ ਕਰ ਰਹੇ ਆ ਤੇ ਕਰਵਾ ਰਹੇ ਆ ਤੇ ਅੰਧਾ ਧੁੰਦ ਪੈਸਾ ਬਣਾ ਰਹੇ ਆ। ਆ ਕੁਛ ਤੇ ਅੰਦਰ ਗਏ ਹੋਏ ਆ, ਪੰਜਾਬ ਦੇ ਵਿੱਚ ਜੇਲ੍ਹਾਂ 'ਚ ਗਏ ਆ, ਕੁਛ ਹੋਰ ਵੀ ਜਾਣ ਦੀ ਤਿਆਰੀ ਹੋ ਜਾਊਗੀ। ਉਹ ਜੇ ਪੰਜਾਬ ਵਾਲੇ ਨਹੀਂ ਲਿਜਾਣਗੇ, ਕੇਂਦਰ ਵਾਲੇ ਲੈ ਜਾਣਗੇ। ਇਸ ਕਿਸਮ ਦੀ ਜਦੋਂ ਹਾਲਤ ਹੋਊਗੀ ਤੇ ਕੁਦਰਤੀ ਹੈ ਕਿ ਗੈਂਗਸਟਰ ਦੀ ਲੋੜ ਬਣ ਜਾਂਦੀ। ਨਸ਼ੇ ਦਾ ਰੇਤ ਮਾਫੀਆ ਹੋਏ ਜਾਂ ਡਰੱਗ ਮਾਫੀਆ ਹੋਏ ਜਾਂ ਲੀਕਰ ਮਾਫੀਆ ਹੋਏ ਜਾਂ ਹੋਰ ਕਿਸਮ ਦਾ ਮਾਫੀਆ ਹੋਏ, ਜਦੋਂ ਉਸ ਮਾਫੀਏ ਦੀ ਸਰਪ੍ਰਸਤੀ ਤੁਸੀਂ ਇਹ ਪੋਲੀਟੀਸ਼ੀਅਨਾਂ ਨੇ ਕਰਨੀ ਆ, ਕਿਉਂਕਿ ਉਹਦੇ ਚੋਂ ਆਰਥਿਕ ਤੌਰ ਤੇ ਲਾਹਾ ਲੈਣੇ ਆ ਔਰ ਆਪਣੀ ਛਵੀ ਨੂੰ ਮਜ਼ਬੂਤ ਕਰਨਾ, ਉਹ ਪੈਸਾ ਅਨਅਰਨਡ ਮਨੀ ਜਿਹੜਾ ਆ ਕਮਾ ਕੇ, ਤਾਂ ਉਸ ਨੂੰ ਬਚਾਉਣ ਲਈ ਤੇ ਵਿਰੋਧੀਆਂ ਨੂੰ ਧੱਕਣ ਲਈ ਜਾਂ ਹੋਰ ਕਿਸੇ ਤੇ ਇਹੋ ਜਿਹੀ ਗੁੰਡਾਗਰਦੀ ਦਾ ਪੈਸਾ ਇਕੱਠਾ ਕਰਵਾਉਣ ਲਈ ਵੀ ਤੁਹਾਨੂੰ ਗੈਂਗਸਟਰ ਚਾਹੀਦੇ ਆ। ਇਸ ਲਈ ਜੇ ਇਹ ਗੈਂਗਸਟਰ ਪੈਦਾ ਹੋਏ ਆ ਔਰ ਉਹ ਵੱਧ ਫੁੱਲ ਰਹੇ ਆ, ਇਹ ਉਹਦੇ ਤੋਂ ਸਾਫ਼-ਸਾਫ਼ ਸਮਝ ਲਓ ਕਿ ਜਾਂ ਤੇ ਉੱਥੇ ਨਸ਼ੇ ਬਹੁਤ ਆ, ਮਾਫੀਆ ਬਹੁਤ ਸਟਰੋਂਗ ਹੋ ਗਿਆ, ਜਾਂ ਤੁਹਾਡੀ ਪੋਲਿਟਿਕਸ ਹੀ ਮਾਫੀਆ ਨੁਮਾ ਹੋ ਚੁੱਕੀ ਹੈ। ਉਹ ਅਸੂਲਾਂ ਦੇ ਵੱਜੀ ਹੋਈ ਘੱਟ ਆ, ਆਪਣੇ ਪਾਰਟੀ ਪ੍ਰੋਗਰਾਮਾਂ ਤੇ ਆਪਣੇ ਪਾਰਟੀ ਦੀ ਵਿਚਾਰਧਾਰਾ ਦੀ ਵੱਜੀ ਹੋਈ ਘੱਟ ਆ। ਇਲੈਕਸ਼ਨ ਕਮਿਸ਼ਨ ਕੀ ਕਹਿੰਦਾ, ਸੰਵਿਧਾਨ ਕੀ ਕਹਿੰਦਾ, ਜਿਹਦੀ ਸਹੁੰ ਚੁੱਕਦੇ ਆ ਉਹਦੇ ਤੇ ਬਿਲਕੁਲ ਹੀ ਕੋਈ ਪਰਵਾਹ ਨਹੀਂ ਕਰਦੀ ਹੈ। ਰਾਦਰ ਉਹ ਤੇ ਨਿੱਜੀ ਮਫਾਦ ਉਸ ਸੀਟ ਤੇ ਬੈਠ ਕੇ ਵਧਾਫ ਲਾ ਰਹੇ ਆ ਆਪਣੇ ਪਰਿਵਾਰਾਂ ਦੇ, ਰਿਸ਼ਤੇਦਾਰਾਂ ਦੇ, ਤੇ ਗਾਂ ਤੋਂ ਉਸ ਸੱਤਾ ਤੇ ਕਿਵੇਂ ਲਗਾਤਾਰ ਕਾਇਮ ਰਹਿਣਾ ਉਹਦੀਆਂ ਸਕੀਮਾਂ ਬਣਾ ਰਿਹਾ। ਤੇ ਇਸੇ ਕਰਕੇ ਗੈਂਗਸਟਰ ਹੁੰਦੇ। ਮੈਂ ਤੁਹਾਡੀ ਗੱਲ ਦਾ, ਇਸ ਗੱਲ ਦਾ ਪ੍ਰੂਫ ਇਹ ਦੇਣਾ ਚਾਹੁੰਦਾ, ਜਿਹੜੀ ਮੈਂ ਗੱਲ ਕਹਿ ਰਿਹਾ ਜੀ ਬਾਹਰ ਤੇ ਮੰਨ ਲਿਆ ਕਿ ਜੀ ਗੈਂਗਸਟਰ ਪੈਦਾ ਹੋ ਗਏ। ਕੋਈ ਕਹੂਗਾ ਜੀ ਬੇਰੁਜ਼ਗਾਰੀ ਬਹੁਤ ਆ, ਕੋਈ ਕਹੂਗਾ ਜੀ ਦੇਖੋ ਜੀ ਨਸ਼ੇ ਆ ਗਏ, ਇਸ ਕਰਕੇ ਨਸ਼ੇ ਜਦੋਂ ਟੋਟ ਲੱਗਦੀ ਆ ਉਹ ਫਿਰ ਗੈਂਗਸਟਰ ਬਣ ਜਾਂਦੇ ਆ, ਉਹ ਨਸ਼ੇ ਵੀ ਕਰਦੇ ਆ ਨਾਲ ਬਾਕੀ ਵੱਡਿਆਂ ਗੈਂਗਸ ਦੇ ਵਿੱਚ ਸ਼ਾਮਲ ਹੋ ਕੇ ਨਸ਼ਾ ਵੇਚਣ ਲਈ ਉਹ ਪੈਡਲਰ ਬਣਦੇ, ਫਿਰ ਸਮਗਲਰ ਬਣਦੇ। ਇਹ ਸਾਰੀਆਂ ਗੱਲਾਂ ਇੱਕ ਕਹਾਣੀ ਵੀ ਨਾਲੋਂ ਨਾਲ ਚੱਲਦੀ ਹੈਗੀ ਹੈ ਇਹਨਾਂ ਦੇ ਬਾਰੇ। ਪਰ ਮੋਟੇ ਤੌਰ ਤੇ ਅਸਲੀਅਤ ਇਹੀ ਹੈ ਕਿ ਸਾਡੇ ਜਿਹੜੇ ਪੋਲੀਟੀਸ਼ੀਅਨ ਸੀ ਜਸ ਖੰਨਾ ਜੀ, ਉਹਨਾਂ ਨੇ ਹੀ ਇਸ ਧਰਤੀ ਤੇ ਬੂਟਾ ਲਾਇਆ। ਤੇ ਪ੍ਰੂਫ ਇਹਦਾ ਇਹ ਹੈ ਕਿ ਅੱਜ ਵੀ ਜੇਲ੍ਹਾਂ ਦੇ ਅੰਦਰੋਂ ਇਹ ਗੈਂਗਸਟਰ ਆਪਰੇਟ ਕਰ ਰਹੇ ਆ। ਤੇ ਜੇਲ੍ਹਾਂ 'ਚ ਫੋਨ ਕਿੱਥੋਂ ਜਾ ਰਹੇ ਆ, ਜੇਲ੍ਹਾਂ 'ਚੋਂ ਵੀਡੀਓ ਕਿੱਥੋਂ ਆ ਰਹੀਆਂ। 3-4 ਦਿਨ ਦੀ ਗੱਲ ਹੈ ਕਿ ਅੰਮ੍ਰਿਤਸਰ ਦੀ ਜੇਲ੍ਹ 'ਚੋਂ ਇੱਕ ਵੀਡੀਓ ਸਾਹਮਣੇ ਆਈ ਹੈ ਔਰ ਉਸ ਜੇਲ੍ਹ ਦੇ ਵਿੱਚ ਕਲੈਕਟਿਵਲੀ ਬੈਠ ਕੇ ਨਸ਼ਾ ਕਰ ਰਹੇ ਆ, ਜਿਵੇਂ ਬਾਹਰ ਬੈਠੇ ਕਰ ਰਹੇ ਹੋਣ।
ਜੀ ਕਿੱਥੋਂ ਬਿਲਕੁਲ। ਨਸ਼ੇ ਜਾਂਦੇ ਆ। ਕਹਿੰਦੇ ਜੀ ਜਦੋਂ ਬਾਹਰ ਆਉਂਦੇ ਆ ਪੁਲਿਸ ਉਹਨਾਂ ਨੂੰ ਆ ਕੇ ਕੋਰਟਾਂ 'ਚ ਕਰਵਾਉਂਦੀ ਹੈ, ਪੇਸ਼ੀਆਂ ਲਈ ਲਿਆਉਂਦੀ ਹੈ, ਤੇ ਉਦੋਂ ਉਹ ਬਾਹਰੋਂ ਹਥਿਆਰ ਵੀ ਲੈ ਜਾਂਦੇ ਆ, ਜਾਂ ਹਥਿਆਰ ਜੇ ਨਹੀਂ ਵੀ ਲਿਜਾਂਦੇ ਫੋਨ ਤੇ ਨਸ਼ੇ ਤੇ ਪੱਕੇ ਹੀ ਲਿਜਾਂਦੇ ਹੈਗੇ। ਇਹ ਚੀਜ਼ਾਂ ਬਾਹਰੋਂ ਅੰਦਰ ਚਲੇ ਜਾਂਦੀਆਂ ਆ। ਫਿਰ ਉਹ ਪੁਲਿਸ ਉਹਨਾਂ ਦੀ ਨਿਗਰਾਨੀ ਕੀ ਕਰਦੀ ਆ, ਬੰਦੇ ਭੱਜ ਕਿਵੇਂ ਜਾਂਦੇ ਆ, ਜਿਸ ਤਰ੍ਹਾਂ ਹੁਣੇ ਟੀਨੂ ਭੱਜ ਗਿਆ, ਕੀ ਹਾਲਾਤ ਬਣੇ ਹੋਏ ਆ। ਇਸ ਤਰ੍ਹਾਂ ਬਿਲਕੁਲ ਭਜਾਤਾ, ਭੱਜ ਨਹੀਂ ਗਿਆ, ਉਹਨੂੰ ਭਜਾਤਾ, ਉਹ ਬੰਦਾ ਵੀ ਫੜ ਲਿਆ ਜਿਹਨੇ ਭਜਾਇਆ, ਪੁਲਿਸ ਵਾਲਾ ਜਿਹੜਾ ਇੰਸਪੈਕਟਰ ਸੀ। ਪ੍ਰਿਤਪਾਲ ਸਿੰਘ। ਓਵਰਆਲ, ਹਾਂ ਓਵਰਆਲ ਮੈਂ ਇਹ ਕਹਿਣਾ ਕਿ ਸਾਡਾ ਪੱਠਾ ਬਹੁਤ ਬਹਿ ਗਿਆ, ਬਣ ਗਿਆ, ਪੈ ਗਿਆ, ਪੱਠਾ ਬਹੁਤ ਬੈਠ ਗਿਆ। ਕਈ ਸੱਤਾ ਦੇ ਕੇਂਦਰ ਬਣੇ ਹੋਏ ਆ। ਇੱਕ ਗੈਂਗਸਟਰਾਂ ਦਾ ਸੱਤਾ ਦਾ ਕੇਂਦਰ, ਉਹ ਧਮਕੀ ਦੇ ਕੇ ਕਿਸੇ ਨੂੰ ਡਰਾ ਧਮਕਾ ਕੇ ਫਰੋਤੀ, ਅਗਲਾ ਬੰਦਾ ਸੋਚਦਾ ਯਾਰ ਨਿਆਣੇ ਨਾ ਮਰਵਾ ਲਈਏ ਜਾਂ ਹੋਰ ਨਾ ਹੋ ਜੇ, ਮੈਨੂੰ ਹੀ ਨਾ ਕੋਈ ਮਾਰ ਦੇ, ਆਹ ਪੈਸੇ ਦੇ ਕੇ ਇਹਨਾਂ ਤੋਂ ਖਹਿੜਾ ਛਡਾਓ ਤੇ ਇਹਨਾਂ ਤੋਂ ਤੁਸੀਂ ਸੁਰੱਖਿਆ ਪਾ ਲਓ, ਫਿਰ ਤੁਹਾਨੂੰ ਸਰਟੀਫਿਕੇਟ ਮਿਲ ਜਾਂਦਾ ਕਿ ਤੁਹਾਡੇ ਵਾਲ ਵੱਲ ਕੋਈ ਨਹੀਂ ਵੇਖੂਗਾ, ਇਸ ਕਿਸਮ ਦਾ। ਕਿਉਂਕਿ ਜੇ ਪੁਲਿਸ ਤੇ ਭਰੋਸਾ ਹੋਵੇ, ਜੇ ਸਰਕਾਰ ਤੇ ਭਰੋਸਾ ਹੋਵੇ, ਤੇ ਫਿਰ ਉਹ ਕਿਉਂ ਪੈਸੇ ਦੇਣਗੇ। ਪੁਲਿਸ ਹੀ ਇੱਕ ਇਹੋ ਜਿਹੀ ਹੈ ਜਿਹਦੇ ਚੋਂ ਇੱਕ ਧੜਾ ਉਹਨਾਂ ਨਾਲ ਰਲਿਆ ਹੋਇਆ, ਜਿਹੜਾ ਉਹਨਾਂ ਨੂੰ ਪ੍ਰੋਟੈਕਸ਼ਨ ਦਿੰਦਾ, ਉਹਨਾਂ ਦੇ ਵਿਰੁੱਧ ਤੇ ਕੀ ਜਾਣਾ, ਉਹਨਾਂ ਦੀ ਸੇਵਾ 'ਚ ਲੱਗਾ ਹੋਇਆ, ਕਿਉਂਕਿ ਉਹਨਾਂ ਨੂੰ ਵੀ ਥੋੜਾ ਹਿੱਸਾ ਪੱਤੀ ਜਾਂਦਾ। ਇਹ ਓਵਰਆਲ ਮਿਲਾ ਕੇ ਡਰੱਗ ਹੋਏ, ਪੋਲੀਟੀਸ਼ੀਅਨ ਹੋਣ, ਪੁਲਿਸ ਹੋਏ ਤੇ ਗੈਂਗਸਟਰ ਹੋਏ, ਇਹ ਮਿਲ ਕੇ ਚੱਲ ਰਹੇ ਆ। ਔਰ ਉਹਦੇ ਲਈ ਆਧਾਰ ਵੱਡਾ ਸਾਡਾ ਪੰਜਾਬ ਦੇ ਵਿੱਚ ਇਸ ਕਰਕੇ ਬਣ ਗਿਆ ਕਿ ਅਸੀਂ ਜਿੰਨੇ ਹੀ ਰੁਜ਼ਗਾਰ ਦੇ ਸੋਮੇ ਸੀ ਜਾਂ ਰੁਜ਼ਗਾਰ ਦੇ ਕਿਤੇ ਵੀ ਵਿਵਸਥਾ ਸੀ, ਉਹ ਖਤਮ ਕਰਤੀ ਹੈ। ਤੇ ਨਾਲ ਹੀ ਇੱਕ ਚੰਗੀ ਮੈਨ ਪਾਵਰ, ਸਕਿਲਡ ਤੇ ਸੂਝਵਾਨ ਮੈਨ ਪਾਵਰ ਪੈਦਾ ਕਰਨੀ ਸੀ ਯੂਨੀਵਰਸਿਟੀਆਂ ਚੋਂ, ਕਾਲਜਾਂ ਚੋਂ ਔਰ ਸਕੂਲਾਂ ਚੋਂ। ਉਹ ਸਾਰੇ ਦਾ ਸਾਰਾ ਸਿਸਟਮ ਅਸੀਂ ਦੁਕਾਨਾਂ ਬਣਾਤੀਆਂ, ਪ੍ਰਾਈਵੇਟ ਯੂਨੀਵਰਸਿਟੀਆਂ, ਪ੍ਰਾਈਵੇਟ ਜਿਹੜੇ ਕਦੀ ਕੋਈ ਮਠਿਆਈ ਵੇਚਦੇ ਸੀ ਉਹਨਾਂ ਨੂੰ ਕਹਿਤਾ ਕਿ ਤੁਸੀਂ ਮਠਿਆਈ ਛੱਡੋ ਯਾਰ, ਇੱਧਰ ਪੈਸਾ ਜ਼ਿਆਦਾ, ਆ ਯੂਨੀਵਰਸਿਟੀ ਬਣਾ ਲਓ। ਇਸ ਤਰੀਕੇ ਨਾਲ ਜਦੋਂ ਤੁਸੀਂ ਫੇਕ ਕਿਸਮ ਦੀਆਂ ਡਿਗਰੀਆਂ ਵੱਡੇ ਪੱਧਰ ਤੇ ਦੇਣੀਆਂ ਸ਼ੁਰੂ ਕੀਤੀਆਂ, ਜਿਹਦੀ ਕੋਈ ਇੰਪਲਾਇਬਿਲਿਟੀ ਹੈ ਹੀ ਨਹੀਂ, ਉਹ ਵਿਚਾਰੇ ਲੋਕ ਲਾਚਾਰ ਹੋ ਕੇ ਆਪਣੀਆਂ ਜ਼ਮੀਨਾਂ ਵੇਚ ਕੇ ਆਪਣੇ ਬੱਚਿਆਂ ਨੂੰ ਬਾਹਰ ਭੇਜ ਰਹੇ ਆ, ਤਾਂ ਕਿ ਇਹਨਾਂ ਗੈਂਗਸਟਰਾਂ ਦੀ ਜਾਂ ਇਹਨਾਂ ਨਸ਼ੇੜੀਆਂ ਦੀ ਕਿਤੇ ਉਹ ਵਿੱਚ ਚੱਕਰ 'ਚ ਨਾ ਪੈ ਜਾਣ ਬੱਚੇ ਸਾਡੇ, ਤੇ ਕਿਤੇ ਨਾ ਕਿਸੇ ਤਰੀਕੇ ਨਾਲ ਥੋੜੇ ਬਹੁਤ ਸੂਝਵਾਨ ਹੋ ਜਾਣ ਤੇ ਕੋਈ ਕਮਾਉਣ ਜੋਗੇ ਹੋ ਜਾਣ। ਬਿਲਕੁਲ ਸਹੀ ਗੱਲ ਕਹਿ ਰਹੇ ਹੋ। ਦੇਖੋ ਜੇਲ੍ਹਾਂ ਵਿੱਚੋਂ ਰਿਪੋਰਟਸ ਆਉਂਦੀਆਂ ਨੇ, ਮੋਬਾਈਲ ਫੜੇ ਗਏ, ਨਸ਼ੇ ਫੜੇ ਗਏ, ਔਰ ਪਿੱਛੇ ਜੇ ਡੋਪ ਟੈਸਟ ਹੋਏ ਤਾਂ ਕਈ ਕੈਦੀ ਨਸ਼ੇੜੀ, ਦੇਖੋ ਇਹ ਡੋਪ ਟੈਸਟ ਦਾ ਰਿਜ਼ਲਟ ਆਉਂਦਾ, ਹੁਣ ਇਹ ਨਸ਼ੇ ਕਿੱਥੋਂ ਅੰਦਰ ਪਹੁੰਚਦੇ ਪਏ ਨੇ। ਔਰ ਕਈ ਵਾਰ ਅੰਦਰੋਂ ਨਿਊਜ਼ ਇਹ ਵੀ ਆਉਂਦੀ ਹੈ ਕਿ ਕਈ ਉੱਥੇ ਕੈਦੀ ਇੱਦਾਂ ਦੇ ਨੇ ਜਿਨ੍ਹਾਂ ਨੂੰ ਨਸ਼ਾ ਚਾਹੀਦਾ ਹੀ ਚਾਹੀਦਾ, ਸਵੇਰ ਵੇਲੇ ਚਾਹੀਦਾ ਹੈ, ਚਾਹ ਦੇ ਵਿੱਚ ਚਾਹੀਦਾ, ਹੁਣ ਉਹ ਕਿੱਥੋਂ ਪਹੁੰਚੇਗਾ। ਔਰ ਕਈ ਵਾਰ ਇਹ ਵੀ ਨਿਊਜ਼ ਆਉਂਦੀ ਹੈ ਕਿ ਉੱਥੋਂ ਖੂਬ ਕਮਾਈ ਕਰਦੇ ਨੇ, ਜਿਹੜਾ ਨੈਟਵਰਕ ਅੰਦਰ ਚਲਾਉਂਦੇ ਪਏ ਨੇ ਮੋਬਾਈਲ ਸਪਲਾਈ ਕਰਨ ਦਾ, ਅੰਦਰ ਡਰੱਗ ਸਪਲਾਈ ਕਰਨ ਦਾ, ਉੱਥੋਂ ਖੂਬ ਕਮਾਈ ਹੁੰਦੀ ਹੈ। ਇਹ ਵੀ ਨਿਊਜ਼ ਬਾਹਰ ਆਉਂਦੀ ਹੈ। ਬਾਕੀ ਤੁਸੀਂ ਜਿਹੜਾ ਉਹ ਗੈਂਗਸਟਰ ਟੀਨੂ ਭੱਜ ਗਿਆ, ਉਹਦੇ ਵਿੱਚ ਤੁਸੀਂ ਦੇਖਦੇ ਹੋ ਕਿ ਪ੍ਰਿਤਪਾਲ ਸਿੰਘ ਜੀ ਨੂੰ ਅੰਦਰ ਕੀਤਾ ਹੋਇਆ, ਉਹਨਾਂ ਦੀ ਪੁੱਛਗਿੱਛ ਚੱਲਦੀ ਪਈ ਹੈ। ਸੋ ਇਹ ਸਾਰੀਆਂ ਗੱਲਾਂ, ਇਹ ਸਾਰੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ। ਕਈ ਵਾਰ ਐਸੀਆਂ ਵੀਡੀਓ ਸਾਹਮਣੇ ਆਉਂਦੀਆਂ ਨੇ ਕਿ ਜਦੋਂ ਇਹਨਾਂ ਗੈਂਗਸਟਰਸ ਨੂੰ ਕੋਰਟ ਦੇ ਵਿੱਚ ਪੇਸ਼ੀ ਵਾਸਤੇ ਲੈ ਕੇ ਆਉਂਦਾ ਜਾਂਦਾ ਹੈ, ਉਦੋਂ ਕਈ ਪੁਲਿਸ ਵਾਲੇ ਉਹਨਾਂ ਗੈਂਗਸਟਰਸ ਦੇ ਨਾਲ ਹੱਸ-ਹੱਸ ਕੇ ਗੱਲਾਂ ਕਰਦੇ ਪਏ ਨੇ। ਦੇਖੋ ਇੰਨਾ ਜ਼ਿਆਦਾ ਯਾਰਾਨਾ ਜਾਂ ਦੋਸਤੀ ਹੋ ਜਾਂਦੀ ਹੈ ਕਿ ਤੁਸੀਂ ਗੈਂਗਸਟਰ ਦੇ ਨਾਲ ਇੱਦਾਂ ਗੱਲਾਂ ਕਰਦੇ ਹੋ। ਔਰ ਵੀਡੀਓ ਜਦੋਂ ਰਿਲੀਜ਼ ਹੁੰਦੀ ਹੈ ਕਿਸੇ ਦੇ ਮੋਬਾਈਲ ਦੇ ਉੱਤੇ, ਰਿਕਾਰਡਿੰਗ ਜਦੋਂ ਬਾਹਰ ਆਉਂਦੀ ਹੈ, ਤੇ ਪਬਲਿਕ ਦੇ ਉੱਤੇ ਇਹਦਾ ਕੀ ਪ੍ਰਭਾਵ ਪਏਗਾ। ਔਰ ਇੱਕ ਸਟੇਟਮੈਂਟ ਵੀ ਆਈ ਇੱਕ ਗੈਂਗਸਟਰ ਵੱਲੋਂ ਕਿ ਇਹ ਗੈਂਗਸਟਰ ਪੈਦਾ ਕਿਹਨੇ ਕੀਤੇ ਨੇ। ਤੁਸੀਂ ਗੱਲਾਂ ਤੇ ਹਮੇਸ਼ਾ ਕਰਦੇ ਹੋ, ਪਰ ਪੈਦਾ ਕਰਨ ਵਾਲੇ ਕੌਣ ਨੇ। ਤੁਸੀਂ ਇਹ ਬਿਲਕੁਲ ਠੀਕ ਕਿਹਾ ਕਿ ਕ੍ਰਿਮੀਨਲਾਈਜੇਸ਼ਨ ਹੋ ਗਈ ਹੈ, ਅਪਰਾਧੀਕਰਨ ਹੋ ਗਿਆ ਸਾਡੀ ਸਿਆਸਤ ਦਾ, ਤੇ ਇਹਦੇ ਵਿੱਚੋਂ ਹੀ ਨਿਕਲੇ ਨੇ। ਤਾਂ ਇਸ ਕਰਕੇ ਇਹ ਸਾਰੀ ਦਰਿੰਦਗੀ ਕਹਿ ਲਓ ਸਮਾਜ ਦੇ ਵਿੱਚ ਹੋ ਰਹੀ ਹੈ, ਜਾਂ ਬਦਮਾਸ਼ੀ ਹੋ ਰਹੀ ਹੈ, ਜਾਂ ਤੁਸੀਂ ਕਹਿ ਰਹੇ ਹੋ ਕਿ ਸਾਡੇ ਡਰਦੇ ਪਏ ਨੇ। ਦੂਜੀ ਗੱਲ ਇਹ ਕਿ ਵਿਦੇਸ਼ ਜਾਣ ਦਾ ਕਿੱਦਾਂ ਚੱਲਦਾ ਪਿਆ ਹੈ, ਕਿਉਂਕਿ ਮੰਨ ਲਓ ਕੋਈ ਬੱਚਾ ਆਪਣੇ ਬਲਬੂਤੇ ਦੇ ਉੱਤੇ ਆਪਣਾ ਬਿਜ਼ਨਸ ਐਸਟੈਬਲਿਸ਼ ਕਰ ਲੈਂਦਾ, ਤੇ ਕੋਈ ਪਤਾ ਨਹੀਂ ਕਿ ਕਦੋਂ ਉਹਨੂੰ ਫੋਨ ਆ ਜਾਵੇ ਵੀ ਬੜੀ ਕਮਾਈ ਕਰਦਾ ਪਿਆ, ਸਾਡਾ ਇੰਨਾ ਹਿੱਸਾ ਇਹਦੇ 'ਚੋਂ ਦੇ ਦੇ। ਹੁਣ ਦੱਸੋ, ਉਹ ਮਿਹਨਤ ਕਰਕੇ ਪਤਾ ਨਹੀਂ ਕਿੱਥੋਂ ਉਹਨੇ ਪੈਸਾ ਉਧਾਰੀ ਫੜਿਆ, ਉਹਨੇ ਬਿਜ਼ਨਸ ਐਸਟੈਬਲਿਸ਼ ਕੀਤਾ, ਤੇ ਫਿਰ ਇੱਥੋਂ ਕੋਈ ਫੋਨ ਆ ਗਿਆ ਫਿਰੌਤੀ ਵਾਸਤੇ। ਇਹ ਦਰਿੰਦਗੀ ਨਹੀਂ ਤੇ ਹੋਰ ਕੀ ਹੈ। ਤੇ ਗਵਰਨਮੈਂਟ ਸਾਡੀ ਕਿੱਥੋਂ ਤੱਕ ਕੰਟਰੋਲ ਕਰੇ। ਹਾਲਾਂਕਿ ਯਾਦਵ ਸਾਹਿਬ ਸਾਡੇ DGP ਜਿਹੜੇ ਨੇ, ਉਹ ਕਾਫੀ ਕੋਸ਼ਿਸ਼ ਕਰ ਰਹੇ ਨੇ, ਔਰ ਉਹਨਾਂ ਨੇ ਮੁਹਿੰਮ ਵੀ ਚਲਾਈ ਹੈ ਆਪਰੇਸ਼ਨ ਕਲੀਨ ਕਰਕੇ, ਲੇਕਿਨ ਫਿਰ ਵੀ ਉਹਦੇ ਰਿਜ਼ਲਟਸ ਕੀ ਆ ਰਹੇ ਨੇ, ਇਹ ਵੀ ਦੇਖਣ ਵਾਲੀ ਗੱਲ ਹੈ।
ਸੋ ਕੁੱਲ ਮਿਲਾ ਕੇ ਜੋ ਇਸ ਵਕਤ ਮਾਹੌਲ ਬਣਿਆ ਹੋਇਆ ਹੈ, ਅਸੀਂ ਪੰਜਾਬ ਦੇ ਅੰਦਰ ਜੋ ਇੰਡਸਟਰੀ ਲਗਾਉਣਾ ਚਾਹੁੰਦੇ ਹਾਂ, ਐਗਰੀਕਲਚਰ ਨੂੰ ਡਿਵੈਲਪ ਕਰਨਾ ਚਾਹੁੰਦੇ ਹਾਂ, ਉਹ ਕਿੱਦਾਂ ਹੋਏਗਾ? ਪੋਲੀਟੀਕਲ ਇਨਸਟੇਬਿਲਿਟੀ ਦੇ ਵਿੱਚ ਕੌਣ ਇਨਵੈਸਟਰ ਆਏਗਾ, ਕਿਹੜੀ ਵਿਦੇਸ਼ੀ ਕੰਪਨੀ ਆਏਗੀ, ਜਾਂ ਕਿਹੜੀ ਦੇਸ਼ ਵਿੱਚੋਂ ਬਾਕੀ ਸੂਬਿਆਂ ਤੋਂ ਕੰਪਨੀਆਂ ਆਉਣਗੀਆਂ ਜਿਹੜੀਆਂ ਇਨਵੈਸਟ ਕਰਨਗੀਆਂ ਪੰਜਾਬ ਦੇ ਵਿੱਚ? ਜੈਸੇ ਜੀ ਤੁਸੀਂ ਫੋਟੋ ਦੇਖੀ ਹੋਣੀ, ਮੇਰਾ ਤੇ ਹਾਸਾ ਨਹੀਂ ਬੰਦ ਹੁੰਦਾ ਚੀਫ ਮਿਨਿਸਟਰ ਦੀ। ਉਹ ਇੰਜ ਲੱਗਦਾ ਸੀਗਾ ਕਿਤੇ ਯੂਐਨਓ ਦੇ ਮੈਂਬਰ ਦੀ ਕਿਸੇ ਦੀ ਫੋਟੋ ਹੋਵੇ। ਉਹ ਫੋਟੋ ਇੰਜ, ਕਿਉਂਕਿ ਹੈਡਿੰਗ ਇਹੋ ਜੀ ਸੀ ਅਖਬਾਰ ਦਾ, ਉਹਦੇ 'ਚ ਇਹ ਸੀ ਕਿ G20 ਦੀ ਮੀਟਿੰਗ ਹੋ ਰਹੀ ਹੈ ਅੰਮ੍ਰਿਤਸਰ 'ਚ ਮਾਰਚ ਵਿੱਚ, ਤੇ ਇੱਥੇ ਵੱਡੀ ਇਨਵੈਸਟਮੈਂਟ ਆ ਰਹੀ ਆ ਇੰਟਰਨੈਸ਼ਨਲ। ਮੈਨੂੰ ਐਂ ਲੱਗਾ ਕਿ ਜਿਵੇਂ ਮਰਸਡੀਜ਼ ਵਾਲਿਆਂ ਦੀ, ਉਹ ਯੂਕੇ ਤੋਂ ਜਦੋਂ ਜਰਮਨੀ 'ਚ ਗਏ ਸੀਗੇ, ਮਰਸਡੀਜ਼ ਸੀਗੀ, ਮੈਂ ਕਿਤੇ ਭੁੱਲਦਾ ਨਾ, ਮੈਨੂੰ ਕਾਰਾਂ ਦਾ ਬਹੁਤਾ ਪਤਾ ਨਹੀਂ। ਹਾਂ, ਉਹਦੀ ਅਨਾਉਂਸਮੈਂਟ ਹੋਈ ਸੀਗੀ ਕਿ ਇੱਥੇ ਉਹ ਆਪਣਾ ਪਲਾਂਟ ਲਾ ਰਿਹਾ, ਤੇ ਉਹਨਾਂ ਨੇ ਅਗਲੇ ਦਿਨ ਹੀ ਬਿਆਨ ਦਿੱਤਾ ਕਿ ਨਹੀਂ ਨਹੀਂ ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ ਹੈ, ਐਵੇਂ ਸਾਡੇ ਸਟਾਲ ਤੇ ਆਏ ਸੀ ਤੇ ਠੱਠਾ ਮਖੌਲ ਹੀ ਚੱਲ ਰਿਹਾ ਸੀ। ਹੁਣ ਅੰਮ੍ਰਿਤਸਰ ਜਿਹੜੀ ਮੀਟਿੰਗ ਹੋਊਗੀ, ਅੰਮ੍ਰਿਤਸਰ ਕਿਹੜਾ ਇੰਡਸਟਰੀਅਲ ਹੱਬ ਆ, ਉੱਥੇ ਕਿਹਨੂੰ ਦਿਖਾਲਣ ਚੱਲੇ? ਜੇ ਲੁਧਿਆਣੇ ਮੀਟਿੰਗ ਹੁੰਦੀ ਹੈ ਤੇ ਸਾਨੂੰ ਸਮਝ ਪੈਂਦੀ ਹੈ ਕਿ ਸ਼ਾਇਦ ਉੱਥੇ ਇੰਡਸਟਰੀ ਲਾਉਣ ਲਈ, ਜਗ੍ਹਾ ਦੇਖਣ ਲਈ, ਮਾਹੌਲ ਦੇਖਣ ਲਈ ਉਹ ਟੀਮ ਆ ਰਹੀ ਹੈ। ਅੰਮ੍ਰਿਤਸਰ ਉਹ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਜਾ ਰਹੇ ਆ, ਉੱਥੇ ਟੂਰਿਜ਼ਮ ਆ, ਵੱਧ ਤੋਂ ਵੱਧ ਵਾਹਗਾ ਚਲੇ ਜਾਣਗੇ, ਪਾਕਿਸਤਾਨ ਦਾ ਬਾਰਡਰ ਦੇਖ ਲੈਣਗੇ, ਇਹੋ ਜੀ ਗੱਲ ਉੱਥੇ ਹੋਊਗੀ। ਨਾ ਕਿ ਉਹ ਇਹਨਾਂ ਲਈ ਇੰਡਸਟਰੀ ਲਾਉਣ ਆ ਰਿਹਾ। ਸਾਰਾ ਯੂਰਪ ਇਸ ਵੇਲੇ ਸੜਕਾਂ ਦੇ ਆ, 19 ਦੇਸ਼ਾਂ ਦੇ ਵਿੱਚ ਪ੍ਰੋਟੈਸਟ ਚੱਲ ਰਹੇ ਆ ਮਹਿੰਗਾਈ ਦੇ ਵਿਰੁੱਧ ਇਸ ਵੇਲੇ ਯੂਰਪੀਅਨ ਯੂਨੀਅਨ ਦੇ ਵਿੱਚ। ਉਹ ਤੇ ਭੁੱਖੇ ਮਾਰੇ, ਉਹਨਾਂ ਕੋਲ ਪੈਸੇ ਕਿੱਥੇ? ਉਹਨਾਂ ਨੂੰ ਤੇ ਰੋਟੀ ਦੇ ਲਾਲੇ ਪਏ ਹੋਏ ਆ। ਤੁਸੀਂ ਕਹਿ ਰਹੇ ਕਿ ਸਾਡੇ ਇਨਵੈਸਟਮੈਂਟ ਕਰਨ ਆ ਰਹੇ ਆ, ਫਿਰ ਲੇਬਰ ਤੇ ਇਨਵੈਸਟ ਕਰਨਗੇ ਜੀ, ਪੜ੍ਹਾਈ ਤੇ ਇਨਵੈਸਟ ਕਰੋ। ਉਹ ਤੁਸੀਂ ਚੱਜ ਦੀ ਸਟੇਟਮੈਂਟ ਤੇ ਬਣਾ ਲਓ। ਮੈਂ ਤੁਹਾਨੂੰ ਜਿਵੇਂ ਸ਼ੁਰੂ ਚ ਕਿਹਾ ਸੀ, ਬੇਨਤੀ ਕੀਤੀ ਸੀ, ਸਾਡੇ ਪੋਲੀਟੀਸ਼ੀਅਨ ਇੰਨੇ ਕੈਜੂਅਲ ਹੋ ਗਏ ਆ, ਉਹ ਆਪਣੀ ਰੁਤਬੇ ਨੂੰ ਸਮਝ ਕੇ ਸਟੇਟਮੈਂਟ ਨਹੀਂ ਦਿੰਦੇ ਕਿ ਅਸੀਂ ਕਿੱਥੇ ਬੈਠੇ। ਲੱਗਦੇ ਆ ਕਿ ਆਪਾਂ ਗਲੀਆਂ ਮਹੱਲਿਆਂ ਦੇ ਵਿੱਚ ਕੋਈ ਮਜ਼ਾਕ ਕਰ ਰਹੇ ਆ, ਤੇ ਉਸੇ ਤਰ੍ਹਾਂ ਦਾ ਸਟੇਟਮੈਂਟ ਜੋ ਮੂੰਹ ਚ ਆਉਂਦਾ ਬੋਲ ਦਿਓ। ਤੁਹਾਨੂੰ ਲੋਕ ਪੜ੍ਹਦੇ ਆ, ਸਮਝਦੇ ਆ, ਤੁਹਾਡੇ ਤੇ ਵਿਸ਼ਵਾਸ ਕਰਨਾ ਚਾਹੁੰਦੇ ਆ। ਪਰ ਜੇ ਤੁਸੀਂ ਆਪਣਾ ਮਜ਼ਾਕ ਆਪ ਹੀ ਰੋਜ਼ ਉਡਾਈ ਜਾਓਗੇ ਕੋਈ ਇਹੋ ਜਿਹੀਆਂ ਪੁੱਠੀਆਂ ਸਿੱਧੀਆਂ ਜਿਹੀਆਂ ਗੱਲਾਂ ਕਰਕੇ, ਤੇ ਕਿਹਦਾ ਭਰੋਸਾ ਬਣੂਗਾ ਕਿ ਸਰਕਾਰ ਕੋਲ ਸੱਤਾ ਹੈ ਤੇ ਸਰਕਾਰ ਸੱਚੀ ਮੁੱਚੀ ਸੀਰੀਅਸਲੀ ਕੁਝ ਪੰਜਾਬ ਲਈ, ਪੰਜਾਬੀਆਂ ਲਈ, ਯੂਥ ਲਈ ਕੁਝ ਕਰਨਾ ਚਾਹੁੰਦੀ ਹੈ। ਇਸ ਲਈ ਓਵਰਆਲ ਮੇਰਾ ਪ੍ਰਭਾਵ ਇਹ ਹੈ ਕਿ ਸਰਕਾਰ ਕੋਲ ਕੋਈ ਬਹੁਤੀ ਸੱਤਾ ਹੈ ਨਹੀਂ, ਡਿੱਕੇ ਡੋਲੇ ਜੇ ਖਾਂਦੀ ਫਿਰਦੀ ਆ, ਜਿਹਨੂੰ ਕਹਿੰਦੇ ਅੱਕੀ ਪਲਾਈ ਹੱਥ ਮਾਰਦੀ ਹੈ। ਪਹਿਲਾਂ ਦੇਖੋ, ਤੁਹਾਨੂੰ ਸ਼ੁਰੂ ਚ ਸਭ ਤੋਂ ਪਹਿਲੀ ਕੰਪੇਨ ਇਹ ਚੱਲੀ ਸੀ ਕਿ 50,000 ਏਕੜ ਅਸੀਂ ਸ਼ਾਮਲਾਟ ਜਗ੍ਹਾ ਖਾਲੀ ਕਰਾਉਣੀ ਆ। ਕਦੀ ਬਿਆਨ ਆਇਆ ਮੁੜ ਕੇ? ਹੁਣ ਟੋਟਲੀ ਬੰਦ ਹੋ ਗਈ। ਉਹ ਗੱਲ ਹੋ ਗਈ ਨਾ ਬੰਦ। ਇੰਜ ਹਰ ਏਜੰਡੇ ਆਉਂਦੇ ਰਹਿਣਗੇ। ਹੁਣ ਕੁਝ ਦੇਰ ਮਾਰਚ ਤੱਕ ਇਹਦਾ ਢੋਲ ਪਿੱਟਿਆ ਜਾਊਗਾ ਕਿ ਦੇਖੋ ਜੀ ਬਾਹਰਲੇ ਲੋਕ ਆ ਰਹੇ ਆ, ਟਾਟਾ ਆ ਰਿਹਾ, ਇੱਥੇ ਦੇ ਵੀ ਆ ਰਹੇ ਆ, ਤੇ ਵੱਡੀ ਇਨਵੈਸਟ ਹੋਊਗੀ, ਨੌਜਵਾਨਾਂ ਨੂੰ ਵੱਡੇ ਪੱਧਰ ਤੇ ਅਸੀਂ ਇੱਥੇ ਨੌਕਰੀਆਂ ਦੇਵਾਂਗੇ। ਚੰਗੀ ਗੱਲ ਹੈ ਜੇ ਆਉਣ, ਪਰ ਉਹਨਾਂ ਲਈ ਇਹ ਆਈਡੀਅਲ ਕਿੱਥੋਂ ਹੋ ਜਾਊਗਾ ਕਿ ਪੰਜਾਬ ਜਿੱਥੇ 24 ਘੰਟੇ ਲੋਕ ਡੰਡੇ ਚੱਕੀ ਫਿਰਦੇ, ਝੰਡੇ ਚੁੱਕੀ ਫਿਰਦੇ, ਰੇਲਾਂ ਬੰਦ ਕਰ ਰਹੇ ਆ, ਸੜਕਾਂ ਬੰਦ ਆ, ਕੋਠੀ ਤੁਹਾਡੀ ਦਾ ਘਿਰਾਓ ਆ ਪੱਕਾ, ਤੇ ਤੁਸੀਂ ਕਹਿੰਦੇ ਕਿ ਬਾਹਰਲੇ ਬੰਦੇ ਆ ਕੇ ਇੱਥੇ ਇਨਵੈਸਟ ਕਰਨਗੇ? ਮੈਨੂੰ ਤਾਂ ਲੱਗਦਾ ਜਿੰਨੀ ਕੁ ਪਹਿਲਾਂ ਹੈਗੀ ਆ ਉਹ ਨਾ ਲੈ ਕੇ ਭੱਜ ਜਾਣ। ਸਹੀ ਕਹਿ ਰਹੇ ਹੋ, ਬਿਲਕੁਲ ਸਹੀ ਕਹਿ ਰਹੇ ਹੋ। ਹੁਣ ਦੇਖੋ, ਜਿਹੜਾ ਗਵਰਨਰ ਸਾਹਿਬ ਦੇ ਵਿੱਚ ਤੇ ਸਾਡੇ ਭਗਵੰਤ ਮਾਨ ਸੀਐਮ ਦੇ ਵਿੱਚ ਜਿਹੜਾ ਇਹ ਚਿੱਠੀ ਪੱਤਰੀ ਦਾ ਚੱਲਿਆ ਹੈ, ਇਹ ਵੀ ਬੜਾ ਇੱਕ ਅਜੀਬ ਜਿਹਾ ਜੈਸਚਰ ਹੈ। ਕੀ ਪ੍ਰਭਾਵ ਪਾਉਂਦਾ ਕਿ ਮਤਲਬ ਕੋਈ ਮੈਚਿਓਰਿਟੀ ਨਹੀਂ ਲੱਗਦੀ ਪਈ ਇਹਨਾਂ ਲੈਟਰਸ ਦੇ ਵਿੱਚ, ਜਿਹੜੀਆਂ ਦੋ ਚਿੱਠੀਆਂ ਦੇ ਵਿੱਚ ਸਾਰੀ ਗੱਲਬਾਤ ਹੋਈ ਹੈ। ਸੋ ਇਹ ਵੀ ਇੱਕ ਵਧੀਆ ਪ੍ਰਭਾਵ ਨਹੀਂ ਪਿਆ। ਸੋ ਅਸੀਂ ਆਪਾਂ ਆਪਣੇ ਮੁੱਦੇ ਤੋਂ ਅੱਗੇ ਵਧੀਏ। ਇੱਕ ਮਨਜੀਤ ਜੀ, ਕਿਹਾ ਜਾਂਦਾ ਕਿ ਸਾਡੇ ਦੇਸ਼ ਦੇ ਵਿੱਚ ਹਰ ਥਾਂ ਦੇ ਉੱਤੇ, ਹਰ ਸੂਬੇ ਦੇ ਵਿੱਚ ਇੱਕ ਡੀਪ ਸਟੇਟ ਕੰਮ ਕਰਦੀ ਹੈ। ਉਹਦੇ ਵਿੱਚ ਪੋਲੀਟੀਸ਼ੀਅਨਸ ਵੀ ਹੁੰਦੇ ਨੇ, ਉਹਦੇ ਵਿੱਚ ਬਿਊਰੋਕਰੈਟਸ ਵੀ ਹੁੰਦੇ ਨੇ, ਵੱਡੇ ਵੱਡੇ ਅਫਸਰ ਵੀ ਹੁੰਦੇ ਨੇ, ਉਹਦੇ ਵਿੱਚ ਬਿਜ਼ਨਸਮੈਨ ਵੀ ਹੁੰਦੇ ਨੇ। ਇਹ ਤਿੰਨੋਂ ਜਿਹੜੀਆਂ ਕਲਾਸਾਂ ਨੇ, ਇਹ ਤਿੰਨੋਂ ਵਰਗ ਜਿਹੜੇ ਨੇ ਮਿਲ ਕੇ ਕੰਮ ਕਰਦੇ ਨੇ, ਔਰ ਇਹ ਆਪਣੇ ਨਿੱਜੀ ਹਿੱਤਾਂ ਵਾਸਤੇ ਕੰਮ ਕਰਦੇ ਨੇ। ਔਰ ਇਹ ਜਿਹੜੀ ਡੀਪ ਸਟੇਟ ਹੁੰਦੀ ਹੈ, ਇਹਨਾਂ ਨੇ ਕਈ ਕੰਮ ਅਜਿਹੇ ਕਰਵਾਉਣੇ ਹੁੰਦੇ ਨੇ ਜੋ ਕਾਨੂੰਨੀ ਤੌਰ ਤੇ ਸ਼ਾਇਦ ਨਹੀਂ ਕੀਤੇ ਜਾ ਸਕਦੇ। ਇਸ ਕਰਕੇ ਗੈਂਗਸਟਰਸ ਦੀ ਲੋੜ ਪੈਂਦੀ ਹੈ, ਜਿਹੜੇ ਇੱਦਾਂ ਦੇ ਗੈਰ ਕਾਨੂੰਨੀ ਕੰਮ ਹੁੰਦੇ ਨੇ, ਜਾਂ ਫਿਰ ਇਹਨਾਂ ਕੰਮਾਂ ਨੂੰ ਕਾਨੂੰਨੀ ਰੂਪ ਦਿੱਤਾ ਜਾਂਦਾ ਹੈ, ਇੱਦਾਂ ਦੀ ਟੀਮ ਦੀ ਲੋੜ ਹੁੰਦੀ ਹੈ। ਸੋ ਗੈਂਗਸਟਰਸ, ਉਹਨਾਂ ਦੀ ਲੋੜ ਹੈ, ਉਹਨਾਂ ਦੀ ਪੋਲੀਟੀਸ਼ੀਅਨਸ ਦੀ ਲੋੜ ਹੈ, ਉਹਨਾਂ ਬਿਜ਼ਨਸਮੈਨ ਦੀ, ਉਹਨਾਂ ਬਿਊਰੋਕਰੇਟਸ ਦੀ ਲੋੜ ਹੈ। ਇਸ ਕਰਕੇ ਇੱਕ ਕਲਾਸ ਪੈਦਾ ਕੀਤੀ ਜਾਂਦੀ ਹੈ ਜਿਸ ਨੌਜਵਾਨ 'ਚ ਅੱਗ ਦੇਖਦੇ ਨੇ, ਉਸ ਨੂੰ ਭਗਤ ਸਿੰਘ ਨਹੀਂ ਬਣਨ ਦਿੱਤਾ ਜਾਂਦਾ, ਉਸ ਨੂੰ ਗੈਂਗਸਟਰ ਬਣਾ ਦਿੱਤਾ ਜਾਂਦਾ ਹੈ। ਐਮ ਆਈ ਰਾਈਟ ਸਰ? ਬਿਲਕੁਲ ਠੀਕ ਹੈ। ਤੁਸੀਂ ਇਹ ਦੇਖੋ ਕਿ ਜਦੋਂ ਪੁੱਠੇ ਸਿੱਧੇ ਕੰਮ ਰਾਹੀਂ ਪੈਸਾ ਆਉਂਦਾ ਤੇ ਇਹ ਉੱਥੇ ਪੈਦਾ ਹੁੰਦੇ ਆ। ਇਹ ਇਹਨਾਂ ਨੂੰ, ਗੈਂਗਸਟਰ ਨੂੰ ਵੀ ਪਤਾ ਲੱਗ ਜਾਂਦਾ ਕਿ ਇੱਥੇ ਅਨਅਰਨਡ ਜਾਂ ਸੌਖਾ ਕਮਾਇਆ ਹੋਇਆ ਬਹੁਤ ਸਾਰਾ ਪੈਸਾ ਜਿਹੜਾ ਗੈਰ ਕਾਨੂੰਨੀ ਤੌਰ ਤੇ ਲੋਕਾਂ ਨੇ ਆਪਣੇ ਕੋਲ ਰੱਖਿਆ, ਜੇ ਮਾੜਾ ਜਿਹਾ ਦਬਕਾ ਮਾਰ ਕੇ ਕੁਝ ਸਾਨੂੰ ਵੀ ਆ ਜਾਏ ਤੇ ਕੀ ਹਰਜ ਆ।
ਜੀ ਉਹ ਇਸ ਕਿਸਮ ਦੀ ਪ੍ਰੋਟੈਕਸ਼ਨ ਮਨੀ ਮਤਲਬ ਕਰਦੇ ਨਹੀਂ। ਇਹ ਬੰਬੇ ਬਾਰੇ ਸੁਣਦੇ ਸੀ ਅੱਜ ਤੋਂ 30 ਸਾਲ ਪਹਿਲਾਂ, ਕਿਉਂਕਿ ਬੰਬੇ ਦੇ ਵਿੱਚ ਫਿਲਮ ਇੰਡਸਟਰੀ ਆ, ਤੁਹਾਨੂੰ ਪਤਾ, ਬਿਲਕੁਲ ਉਹਦੇ ਚ 2 ਨੰਬਰੀ ਪੈਸਾ ਇੱਧਰ ਉੱਧਰ ਦਾ ਸਾਰਿਆਂ ਦਾ ਲੱਗਦਾ, ਔਰ ਜੀ ਉਹ ਚ ਕਮਾਈਆਂ ਵੀ ਇਹੋ ਜਿਹੀਆਂ। ਇਸ ਕਰਕੇ ਅਸੀਂ ਇਹ ਉਹਨੇ ਗੋਲੀ ਮਾਰਤੀ, ਇੰਜ ਕਰਤੀ। ਫਿਰ ਮੈਂ ਅਮਰੀਕਾ ਗਿਆ ਸੀ 93-94 ਚ, ਉੱਥੇ ਵੀ ਮੈਂ ਇੰਟਰ ਗੈਂਗ ਵਾਰ ਅੱਖਾਂ ਦੇ ਸਾਹਮਣੇ ਦੇਖੀ। ਮੈਂ ਤੇ ਗੈਸ ਸਟੇਸ਼ਨ ਤੇ ਖੜਾ ਸੀ, ਗੋਲੀਆਂ ਠਾਠਾ ਚੱਲਣ ਲੱਗ ਪਈਆਂ, ਮੈਂ ਭੱਜ ਕੇ ਅੰਦਰ ਗਿਆ। ਜੀ ਉੱਥੇ ਵੀ ਇਹ ਕੰਮ ਕਾਫੀ ਚੱਲਦਾ ਮੈਂ ਦੇਖਿਆ ਆਪਸ ਵਿੱਚ। ਜੀ ਇੱਥੇ ਪੰਜਾਬ ਦੇ ਵਿੱਚ ਤੇ ਬਿਲਕੁਲ ਇਹੋ ਜਿਹੀ ਨਹੀਂ। ਇਹ ਤੇ ਗੁਰੂ ਨਾਨਕ ਦੇਵ ਜੀ ਦੀ ਧਰਤੀ ਆ, ਬਹੁਤ ਹੀ ਸ਼ਾਂਤਮਈ ਲੋਕ ਆ, ਵਿਕਾਸ ਕਰ ਰਹੇ ਸੀਗੇ, ਆਪਣਾ ਖਾ ਪੀ ਰਹੇ। ਜੋ ਭੰਗੜੇ ਪਾਉਂਦਾ ਪੰਜਾਬ ਜਿਹੋ ਜਿਹਾ ਅਸੀਂ ਦੇਖਿਆ ਸੀ, ਉਹੋ ਜਿਹਾ 80ਵਿਆਂ ਤੱਕ ਚੱਲਦਾ ਸੀ। ਇਹ ਜਦੋਂ 90ਵਿਆਂ ਤੋਂ ਬਾਅਦ ਜਦੋਂ ਲਿਬਰਲ ਸਿਸਟਮ ਆਇਆ, ਜਦੋਂ ਨਵੀਂ ਪਨੀਰੀ ਆਈ ਆ ਰਾਜਨੀਤਿਕ ਲੋਕਾਂ ਦੀ, ਉਹਨਾਂ ਨੇ ਬਹੁਤ ਪੱਠਾ ਬਿਠਾਤਾ। ਔਰ ਹੁਣ ਤੇ ਇੰਜ ਲੱਗਦਾ ਕਿ ਕੋਈ ਬੇਉਮੀਦਗੀ ਦਾ ਆਲਮ ਜ਼ਿਆਦਾ ਹੈ, ਕਿਉਂਕਿ ਸੱਤਾ ਚ ਆਉਣ ਦਾ ਮਤਲਬ ਹੀ ਇਹ ਸਮਝਦੇ ਕਿ ਜਿਹੜੇ ਸਰਕਾਰ ਦੇ ਖਜ਼ਾਨੇ ਚ ਪੈਸਾ, ਉਹ ਇੱਕ ਰਾਜੇ ਦਾ ਪੈਸਾ, ਇੱਕ ਚੀਫ ਮਿਨਿਸਟਰ ਦਾ ਪੈਸਾ ਨਹੀਂ, ਇੱਕ ਕੈਬਨਿਟ ਦਾ ਪੈਸਾ ਨਹੀਂ, ਇੱਕ ਸੰਵਿਧਾਨ ਨਾਲ ਬੱਝੀ ਹੋਈ, ਕਾਨੂੰਨਾਂ ਨਾਲ ਬੱਝੀ ਹੋਈ ਸਰਕਾਰ ਦਾ ਪੈਸਾ ਨਹੀਂ, ਸਗੋਂ ਇੱਕ ਜਿਵੇਂ ਨਿੱਜੀ ਤੌਰ ਤੇ ਕਿਸੇ ਨੂੰ ਉੱਥੇ ਦੇਤਾ, ਕਿਸੇ ਨੂੰ ਉੱਥੇ ਦੇਤਾ, ਵੰਡਤਾ ਆਪਣੀ ਮਰਜ਼ੀ ਨਾਲ। ਇਸ ਜਿਹੜਾ ਸਾਡਾ ਹਰ ਇੱਕ ਚੀਜ਼ ਦਾ ਜ਼ਰੂਰਤ ਤੋਂ ਵੱਧ ਸਿਆਸੀਕਰਨ ਹੋ ਚੁੱਕਾ, ਜਾਂ ਸਾਡਾ ਸਿਆਸੀ ਮਾਈਂਡ ਸੈਟ ਹੋ ਚੁੱਕਾ ਕਿ ਹਰ ਚੀਜ਼ ਨੂੰ ਸਿਆਸਤ ਦੇ ਲੈਵਲ ਤੇ ਹੀ ਫੈਸਲੇ ਲੈਣੇ, ਕਾਨੂੰਨ ਮੁਤਾਬਕ ਨਹੀਂ ਲੈਣੇ, ਉਸ ਨੂੰ ਨਾਰਮਲਾਈਜ਼ ਕਰਨ ਦੀ ਲੋੜ ਆ, ਤਾਂ ਕਿ ਹਰ ਬੰਦਾ ਕਾਨੂੰਨ ਚ ਬੱਝਾ ਲੱਗੇ, ਭਾਵੇਂ ਉਹ ਚੀਫ ਮਿਨਿਸਟਰ ਹੈ, ਭਾਵੇਂ ਉਹ ਕੈਬਨਿਟ ਹੈ, ਭਾਵੇਂ ਬਿਊਰੋਕ੍ਰੇਸੀ ਹੈ। ਤੇ ਡੀਪ ਸਟੇਟ ਇਸੇ ਤਰ੍ਹਾਂ ਹੀ ਚੱਲਦੀ ਹੈ ਨਾ ਜਸ ਖੰਨਾ ਜੀ, ਕਿਉਂਕਿ ਉਹ ਵਿੱਚ ਕਲੱਬਾਂ ਬਣ ਜਾਂਦੇ ਆ। ਇਹ ਇੰਟਰਨੈਸ਼ਨਲੀ ਵੀ ਚੀਜ਼ਾਂ ਡੀਪ ਸਟੇਟ ਆਪਰੇਟ ਕਰਦੀ ਆ, ਵੱਡਿਆਂ ਦੇਸ਼ਾਂ ਚ ਵੀ ਆਪਰੇਟ ਕਰਦੀਆਂ, ਕਿ ਕੁਝ ਕੁ ਬੰਦੇ ਹੁੰਦੇ ਆ ਜਿਹੜੇ ਵੱਡੇ ਕਾਰਪੋਰੇਟ ਆ, ਉਹਨਾਂ ਨਾਲ ਹੀ ਵੱਡੇ ਬੰਦੇ ਉੱਪਰ ਵਾਲੇ ਰਲੇ ਹੁੰਦੇ ਆ, ਵੱਡੇ ਪੋਲੀਟੀਸ਼ੀਅਨ ਗਿਣਵੇਂ ਚੁਣਵੇਂ, ਉਹ ਇਨਫਾਰਮਲੀ ਇੱਕ ਸੱਤਾ ਦਾ ਕੇਂਦਰ ਬਣੇ ਰਹਿੰਦੇ ਆ, ਤੇ ਉਸ ਤਰੀਕੇ ਨਾਲ ਚੱਲਦੇ। ਜਿਹਦੇ ਨਾਲ ਹੁੰਦਾ ਕੀ ਆ ਕਿ ਬਹੁਤ ਸਾਰਾ ਪੈਸਾ ਕੁਝ ਹੱਥਾਂ 'ਚ ਇਕੱਠਾ ਹੋ ਜਾਂਦਾ, ਕਿਉਂਕਿ ਬਾਰ-ਬਾਰ ਫੈਸਲੇ ਉਸ ਪਾਸੇ ਨੂੰ ਹੁੰਦੇ ਆ, ਤੇ ਬਹੁਤ ਸਾਰੇ ਲੋਕ ਸੱਤਾ ਤੋਂ ਬਾਹਰ ਹਰ ਪੱਧਰ ਤੇ, ਸਮਾਜਿਕ ਪੱਧਰ ਤੇ, ਸੋਚ ਦੇ ਪੱਧਰ ਤੇ, ਸਹੂਲਤਾਂ ਦੇ ਪੱਧਰ ਤੇ ਸਾਡੇ ਦੇ ਇੱਕ ਹੋਰ ਵੀ ਪੱਧਰ ਹੈਗਾ ਜਿਹੜਾ ਕਿਤੇ ਦੇਸ਼ ਦੁਨੀਆ 'ਚ ਨਹੀਂ ਹੈਗਾ, ਸਮਾਜਿਕ ਦੀ ਊਚ ਨੀਚ ਜਿਹੜੀ ਜਾਤੀਗਤ ਆ, ਉਹਦੇ ਤੇ ਸਭ ਤੋਂ ਪਹਿਲਾਂ ਦਲਿਤਾਂ ਨੂੰ ਮਾਰ ਪੈਂਦੀ ਆ, ਫਿਰ ਆਦੀਵਾਸੀਆਂ ਨੂੰ ਮਾਰ ਪੈਂਦੀ ਆ, ਫਿਰ ਔਰਤਾਂ ਨੂੰ ਮਾਰ ਪੈਂਦੀ ਆ, ਫਿਰ ਪੇਂਡੂਆਂ ਨੂੰ ਪੈਂਦੀ ਆ, ਫਿਰ ਸ਼ਹਿਰਾਂ 'ਚ ਸਲਮ ਝੁੱਗੀ ਝੌਂਪੜੀ ਸਾਰਿਆਂ 'ਚ ਆਉਂਦੀ। ਇਹ ਇਸ ਕਿਸਮ ਨਾਲ ਇੱਕ ਸੀਕੁਐਂਸ ਵਾਈਜ਼ ਇਹ ਡੀਪ ਸਟੇਟ ਬਿਲਕੁਲ ਜੇ ਉਸੇ ਤਰੀਕੇ ਨਾਲ ਆਪਰੇਟ ਕਰੂਗੀ, ਕਾਨੂੰਨਾਂ ਤੋਂ ਉੱਪਰ ਉੱਠ ਕੇ ਆਪਰੇਟ ਕਰੂਗੀ, ਤੇ ਉਹਦਾ ਹੀ ਰਿਜ਼ਲਟ ਅੱਜ ਸਾਡੇ ਸਾਹਮਣੇ ਆ ਕਿ ਅਸੀਂ 121 ਦੇਸ਼ਾਂ ਵਿੱਚੋਂ 107ਵੇਂ ਨੰਬਰ ਤੇ ਹੰਗਰ ਇੰਡੈਕਸ ਜਾਂ ਇਸ ਕਿਸਮ ਦੇ ਪਾਵਰਟੀ ਜਾਂ ਇਸ ਪਾਸੇ ਬਹੁਤ ਅੱਗੇ ਵਧ ਰਹੇ ਆ। ਆਪਾਂ ਦੇਸ਼ ਨੂੰ ਸੁਧਾਰ ਨਹੀਂ ਰਹੇ, ਜਿੰਨੀਆਂ ਮਰਜ਼ੀ ਅਸੀਂ ਡੀਂਗਾ ਮਾਰੀਏ ਕਿ ਅਸੀਂ 5ਵੀਂ ਪਾਵਰ, ਇਕਨੋਮਿਕ ਪਾਵਰ ਬਣ ਗਏ, ਜੇ ਬਣ ਗਏ, ਆਪਾਂ ਉਹਦੇ ਤੋਂ ਕੀ ਲੈਣਾ। ਕਹਿੰਦੇ ਆ ਕੱਟੇ ਨੂੰ ਮਣ ਦੁੱਧ ਜੇ ਕੋਈ ਮੱਝ ਦੇ ਰਹੀ, ਉਹਦਾ ਕੀ ਭਾਅ ਆ, ਉਹਨੂੰ ਤੇ 2 ਕਿਲੋ ਵਿਚਾਰੇ ਨੂੰ ਦੇਣਾ, ਉਹ ਤੇ ਭੁੱਖਾ ਹੀ ਮਾਰਨਾ। ਜੇ ਹੂੰ ਦੇਸ਼ ਦੇ ਵਿੱਚ ਪੈਸਾ ਬਹੁਤ ਆ, ਇਕਨੋਮੀ ਬੜੀ ਤਕੜੀ ਹੈ, ਤਾਂ ਸਾਡੇ ਗਰੀਬਾਂ ਨੂੰ ਕੀ ਫਾਇਦਾ, ਉਹਨਾਂ ਨੂੰ ਤਾਂ ਰੁਜ਼ਗਾਰ ਨਹੀਂ ਮਿਲਦਾ। ਉਹ ਤੇ ਤੁਸੀਂ ਦੱਸ ਹੀ ਰਹੇ ਆ ਕੀ ਹਾਲਤ ਆ। ਬਿਲਕੁਲ ਭਵਿੱਖ ਅਸੀਂ ਉਹਨਾਂ ਦਾ ਉਜਲਾ ਕਰਨ ਦੀ ਜਗ੍ਹਾ ਬਿਲਕੁਲ ਕਾਲਾ ਕੀਤਾ। ਹੁਣ 75,000 ਨੌਕਰੀਆਂ ਦਿੱਤੀਆਂ, ਜਦ ਕਿ ਹੁਣ ਕਾਂਗਰਸ ਨੇ ਇਹ ਬਿਆਨ ਦਿੱਤਾ ਸੀ ਕਿ ਦੇਣੀਆਂ ਤੇ 16 ਕਰੋੜ ਸੀ, 75,000 ਦੇ ਕੇ ਤੇ ਤੁਸੀਂ ਢੋਲ ਵਜਾਉਨੇ ਆ ਮੋਦੀ ਜੀ। ਉਹਦੇ ਨਾਲ ਇਹ ਤੇ ਊਠ ਦੇ ਮੂੰਹ 'ਚ ਜੀਰਾ ਵੀ ਨਹੀਂ ਹੈ। ਦੇਸ਼ 'ਚ ਜਿੰਨੀ ਜੀ ਬੇਰੁਜ਼ਗਾਰੀ ਆ, ਉਹਦੇ ਮੁਤਾਬਕ ਵੱਡੇ ਉਪਰਾਲੇ ਕਰਨੇ ਪੈਣਗੇ, ਤੇ ਯੂਥ ਨੂੰ ਖੁਦ ਸਿਆਣੇ ਹੋਣਾ ਪਊਗਾ, ਇਸ ਪਾਸਿਓਂ ਹਟਣਾ ਪਊਗਾ। ਗੈਂਗਸਟਰਵਾਦ ਜਿਹੜਾ ਜਿਸ ਤਰ੍ਹਾਂ ਚੱਲ ਰਿਹਾ ਆ, ਡਰੱਗ ਵੱਲੋਂ ਹਟਣਾ ਪਊਗਾ। ਉਹਦੇ 'ਚ ਕੱਲ ਹੀ ਮੇਰੀ ਸਾਡਾ ਇੱਕ ਸਭਾ ਸੀਗੀ ਸਿੰਘ ਸਭਾ ਦੇ ਵਿੱਚ, ਉਹਦੇ 'ਚ ਧਾਮੀ ਸਾਹਿਬ SGPC ਦੇ ਵੀ ਹੈੱਡ ਆਏ ਸੀ, ਉਹਨਾਂ ਨੇ ਵੀ ਇਹ ਮੁੱਦਾ ਛੇੜਿਆ। ਅਸੀਂ ਵੀ ਉਹਨਾਂ ਨੂੰ ਅਪੀਲ ਕੀਤੀ ਕਿ ਤੁਸੀਂ ਇਸ ਤੋਂ ਅਲੱਗ ਨਾ ਸਮਝੋ, ਤੁਹਾਡੀ ਇੱਕ ਇੱਥੇ ਕੇਂਦਰ ਬਿੰਦੂ ਹੈਗਾ, ਅੰਮ੍ਰਿਤਸਰ ਹੋਇਆ, ਪੰਜਾਬ ਹੋਇਆ, ਸਿੱਖੀ ਦਾ ਕੇਂਦਰ ਹੈ, ਤੁਰਾ ਹੈ, ਤਾਂ ਤੁਸੀਂ ਜੇ ਇੱਥੇ ਇਹਨਾਂ ਨੂੰ ਬਚਾਉਣਾ, ਤੇ ਨੌਜਵਾਨਾਂ ਨੂੰ ਜੇ ਇਸ ਤਰ੍ਹਾਂ ਹੀ ਲਪਤ ਰਹਿਣਗੇ ਨਸ਼ੇ ਵਿੱਚ, ਫਿਰ ਕਿੱਥੇ ਰਹੂਗੀ ਸਿੱਖੀ ਤੁਹਾਡੀ। ਇਹ ਤੁਸੀਂ ਇਹਨੂੰ ਆਪਣੇ ਆਪ ਤੇ ਵੀ ਹਮਲਾ ਸਮਝੋ। ਇਸ ਲਈ ਕਲੈਕਟਿਵ ਉਪਰਾਲੇ ਕਰਨੇ ਪੈਣਗੇ। ਕੰਮ ਬਹੁਤ ਔਖਾ, ਪਰ ਜਿੱਥੋਂ ਅਸੀਂ ਉਮੀਦਾਂ ਰਾਜਨੀਤਿਕ ਲੋਕਾਂ ਤੋਂ ਕਰਦੇ ਹਾਂ, ਉਹਦੇ ਤੋਂ ਬਾਹਰੀ ਸਾਡੀਆਂ ਉਮੀਦਾਂ ਜ਼ਿਆਦਾ ਆ, ਕਿਉਂਕਿ ਇਹਨਾਂ ਦੇ ਹਿੱਤ ਸੱਤਾ ਪਾਉਣ ਦੇ ਆ, ਵਿਕਾਸ ਕਰਨ ਦੇ ਤੇ ਸਮਾਜ ਸੇਵਾ ਕਰਨ ਦੇ ਨਹੀਂ ਹੈ। ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ। ਹੰਗਰ ਇੰਡੈਕਸ ਦੀ ਗੱਲ ਕੀਤੀ ਹੈ ਕਿ ਭਾਰਤ ਦੇ ਵਿੱਚ ਭੁੱਖਮਰੀ ਕਿੰਨੀ ਜ਼ਿਆਦਾ ਵੱਧ ਗਈ ਹੈ,
ਤੇ ਇੱਧਰ ਗੱਲ ਕਰਦੇ ਨੇ ਕਿ ਅੰਕੜੇ ਇਹ ਕਹਿੰਦੇ ਨੇ ਇਕਨੋਮੀ ਕਿੰਨੀ ਸਟਰੋਂਗ ਹੁੰਦੀ ਪਈ ਹੈ। ਔਰ ਅਸੀਂ ਸਾਰੇ ਜਾਣਦੇ ਹਾਂ ਕਿ ਇਕਨੋਮੀ ਦਾ ਕੀ ਹਾਲ ਹੈ, ਅਸੀਂ ਸਾਰੇ ਜਾਣਦੇ ਹਾਂ ਕਿ ਭੁੱਖਮਰੀ ਦਾ ਕੀ ਹਾਲ ਹੈ ਭਾਰਤ ਦੇ ਵਿੱਚ। ਮੈਨੂੰ ਲੱਗਦਾ ਮਨਜੀਤ ਜੀ ਅੱਜ ਮੁੱਦਾ ਇਹ ਨਹੀਂ ਕਿ ਇਕਨੋਮੀ ਸਟਰੋਂਗ ਕਿਉਂ ਨਹੀਂ ਹੈਗੀ, ਤੁਹਾਡੇ ਘਰ ਰੋਟੀ ਕਿਉਂ ਨਹੀਂ ਪੱਕੀ, ਮੁੱਦਾ ਇਹ ਹੈ ਕਿ ਤੁਹਾਨੂੰ ਭੁੱਖ ਕਿਉਂ ਲੱਗਦੀ ਹੈ। ਇਸ ਦੇ ਉੱਤੇ ਡਿਸਕਸ਼ਨ ਹੋਣੀ ਚਾਹੀਦੀ ਹੈ। ਹਾਂ ਬਿਲਕੁਲ, ਉਹਦੇ ਚ ਇਕਨੋਮਿਕਸ ਚ ਟਰਮ ਹੈਗੀ ਹੈ ਜਸ ਜੀ, ਜਿਹਨੂੰ ਕਹਿੰਦੇ ਆ ਡਿਸਟ੍ਰੀਬਿਊਟਿਵ ਜਸਟਿਸ। ਪੈਦਾ ਤੇ ਹੈ, ਪੈਦਾ ਤੇ ਬਹੁਤ ਹੋ ਰਿਹਾ, ਪਰ ਉਹ ਜਾ ਕਿੱਥੇ ਰਿਹਾ? ਉਹ ਤੇ ਕਿਸੇ ਦੇ ਘਰ ਦਾ ਤੇ ਚੁੱਲ੍ਹਾ ਵੀ ਠੰਡਾ ਹੋਈ ਜਾਂਦਾ। ਜਿੰਨੇ ਤੁਸੀਂ ਤਕੜੇ ਹੋਈ ਜਾਂਦੇ ਆ, ਦੂਜੇ ਪਾਸੇ ਭੁੱਖਮਰੀ ਵਧੀ ਜਾਂਦੀ ਹੈ। ਇਸ ਘਾਟ ਨੂੰ ਪੂਰਾ ਕਰਨਾ ਪਊ, ਨਹੀਂ ਤੇ ਦੇਸ਼ ਦੇ ਅੰਦਰ ਅਫਰਾ ਤਫਰੀ ਵਾਲਾ ਮਾਹੌਲ ਪੈਦਾ ਹੋਊ। ਬਿਲਕੁਲ ਜੀ, ਜਿਸ ਦੇਸ਼ ਦੇ ਵਿੱਚ ਮਹਿਲ ਹੁੰਦੇ ਨੇ ਉਸ ਦੇਸ਼ ਵਿੱਚ ਝੁੱਗੀਆਂ ਵੀ ਜ਼ਰੂਰੀ ਤੌਰ ਤੇ ਹੁੰਦੀਆਂ ਨੇ, ਕਿਉਂਕਿ ਉਸ ਘਰ ਦਾ ਪੈਸਾ ਮਹਿਲਾਂ ਚਲਾ ਗਿਆ, ਉਹ ਘਰ ਮਹਿਲ ਬਣ ਗਏ ਤੇ ਇਹ ਘਰ ਝੁੱਗੀਆਂ ਬਣ ਗਏ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਮਨਜੀਤ ਜੀ, ਤੁਸੀਂ ਆਪਣੀ ਖੋਜ, ਤੁਸੀਂ ਆਪਣੇ ਵਿਚਾਰ ਇਸ ਵਿਸ਼ੇ ਦੇ ਉੱਤੇ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅਸੀਂ ਆਪਣੇ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰਾਂਗੇ ਕਿ ਆਪਣੇ ਬਣਦੇ ਵਿਚਾਰ ਸਾਨੂੰ ਇਨਬਾਕਸ ਜ਼ਰੂਰ ਕਰੋ ਤੇ ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਜ਼ਰੂਰ ਕਰੋ। ਸਤਿ ਸ਼੍ਰੀ ਅਕਾਲ ਜੀ।